ਹੈਲੋ एवरीवन ਵੈਲਕਮ ਟੂ ਲਰਨਿੰਗ ਕਰਵ। ਜਿੱਦਾਂ ਕਿ ਆਪਣੀ ਹਿਸਟਰੀ ਦੀ ਸੀਰੀਜ਼ ਚੱਲ ਰਹੀ ਹੈ, ਅੱਜ ਤੁਹਾਡੇ ਸਾਹਮਣੇ ਮੈਂ 4th ਪਾਰਟ ਲੈ ਕੇ ਆਇਆ ਹਿਸਟਰੀ ਦੀ ਸੀਰੀਜ਼ ਦਾ। ਆਪਣੀ ਲਾਸਟ 3rd ਪਾਰਟ 'ਚ ਆਪਾਂ ਕੀ ਕੀਤਾ ਸੀ, ਐਬਕ ਬਾਰੇ ਪੜ੍ਹਿਆ ਸੀ ਤੇ ਇਲਤੁਤਮਿਸ਼ ਬਾਰੇ ਪੜ੍ਹਿਆ ਸੀ। ਕੁਤੁਬ ਮੀਨਾਰ ਐਬਕ ਨੇ ਬਣਾਈ ਸੀ, 6 ਬਿਲਡਿੰਗਾਂ ਸੀ, 6 ਸਟੋਰੀ ਸੀ। 5th ਸਟੋਰੀ ਅੱਜ ਐਟ ਪ੍ਰੈਜ਼ੈਂਟ 72.5 ਮੀਟਰ ਦੀ ਹੈ ਤੇ 6 ਸਟੋਰੀ ਡੈਮੇਜ ਹੋ ਚੁੱਕੀ ਹੈ। ਠੀਕ ਹੈ। ਫਿਰ ਕੁਵਤੁਲ ਇਸਲਾਮ ਮੋਸਕ ਬਣਾਈ ਸੀ ਐਬਕ ਨੇ। ਠੀਕ ਹੈ। ਅਡਾਈਦੀਨ ਦਾ ਝੋਪੜਾ ਬਣਾਇਆ ਸੀ। ਠੀਕ ਹੈ। ਇਹਨੂੰ ਲੋ ਕੀ ਨਾਮ ਹੈ। ਫਿਰ ਉਸ ਤੋਂ ਬਾਅਦ ਇਲਤੁਤਮਿਸ਼ ਬਾਰੇ ਗੱਲ ਕੀਤੀ ਸੀ। ਇਲਤੁਤਮਿਸ਼ ਨੇ ਇਕਤਾਦਾਰੀ ਸਿਸਟਮ ਲਾਂਚ ਕੀਤਾ ਸੀ ਇੱਥੇ। ਠੀਕ ਹੈ। ਲੈਂਡ ਦੇ ਟੁਕੜੇ ਦੇ ਦਿੰਦੇ ਸੀ। ਤੇ ਉਸ ਤੋਂ ਬਾਅਦ 'ਚੋਂ ਆਪਾਂ ਗੱਲ ਕੀਤੀ ਸੀ ਕਿਹਦੇ ਬਾਰੇ, ਉਸ ਤੋਂ ਬਾਅਦ 'ਚੋਂ ਇਹਨੇ 4 ਲੀਗਲ ਟੈਕਸਿਸ ਇੱਥੇ ਇੰਪੋਜ਼ ਕੀਤੇ ਸੀ। ਫਿਰ ਠੀਕ ਹੈ, ਇਹਦੀ ਡੈਥ ਤੋਂ ਬਾਅਦ 'ਚੋਂ ਇਲਤੁਤਮਿਸ਼ ਦੀ, ਤੇ ਇਹਨੇ ਆਪਣੇ ਪਹਿਲੇ ਹੀ ਆਪਣੇ ਵਿਸ਼ੇ 'ਚ ਲਿਖਿਆ ਸੀ ਕਿ ਮੇਰੇ ਨੈਕਸਟ ਉੱਤਰਾਧਿਕਾਰੀ ਕੌਣ ਹੋਏਗਾ, ਰਜ਼ੀਆ ਸੁਲਤਾਨਾ। ਠੀਕ ਹੈ। ਇਹਦੀ ਕੁੜੀ ਹੀ ਸੀ। ਇਹਦੀ ਬਹੁਤ ਸਾਰੀ ਵਾਈਫ ਸੀ, ਉਹਨਾਂ ਵਿੱਚੋਂ ਇੱਕ ਵਾਈਫ ਸੀ ਸ਼ਾਹ ਤੁਰਕਨ। ਸ਼ਾਹ ਤੁਰਕਨ ਦਾ ਅੱਗੋਂ ਮੁੰਡਾ ਸੀ ਕਹਿੰਦਾ, ਉਹਦਾ ਨਾਮ ਸੀ ਰੁਕਨੁਦੀਨ ਫਿਰੋਜ਼ ਸ਼ਾਹ। ਰੁਕਨੁਦੀਨ ਫਿਰੋਜ਼ ਸ਼ਾਹ ਕੀ ਕਰਦੇ ਨੇ, ਐਕਚੁਅਲੀ ਸ਼ਾਹ ਤੁਰਕਨ 40 ਨੋਬਲ ਜਿਹੜੇ ਹੁੰਦੇ ਨੇ, 40 ਤੁਰਕਿਸ਼ ਚਹਿਲਗਾਨੀ, ਉਹਨਾਂ ਨਾਲ ਬਹੁਤ ਬਣਦੀ ਕਹਿੰਦੀ ਸ਼ਾਹ ਤੁਰਕਨ ਦੀ, ਉਹ ਜਿਹੜੀ ਇਲਤੁਤਮਿਸ਼ ਦੀ ਵਾਈਫ ਸੀ। ਠੀਕ ਹੈ। ਤੇ ਇਹ ਉਹਦੇ ਕਹਿਣ 'ਤੇ ਕਿਹਨੂੰ ਬਿਠਾ ਦਿੰਦੇ ਨੇ, ਆਪਣੇ ਮੁੰਡੇ ਰੁਕਨੁਦੀਨ ਫਿਰੋਜ਼ ਸ਼ਾਹ ਨੂੰ ਗੱਦੀ 'ਤੇ ਬਿਠਾ ਦਿੰਦੇ ਨੇ। 40 ਜਿਹੜੇ ਨੋਬਲ ਹੁੰਦੇ ਨੇ, ਰੁਕਨੁਦੀਨ ਫਿਰੋਜ਼ ਸ਼ਾਹ ਨੂੰ ਗੱਦੀ 'ਤੇ ਬਿਠਾ ਦਿੰਦੇ ਨੇ। ਹੁਣ ਉਸ ਤੋਂ ਬਾਅਦ 'ਚ ਕਿ ਰਜ਼ੀਆ ਸੁਲਤਾਨਾ ਇਹਨਾਂ ਦਾ ਵਿਦਰੋਹ ਕਰਦੀ ਹੈ, ਉਹ ਆਮ ਜਨਤਾ 'ਚ ਚਲੀ ਜਾਂਦੀ ਹੈ। ਆਮ ਜਨਤਾ ਜਾ ਕੇ ਇਹਨਾਂ ਦਾ ਬਹੁਤ ਅੱਛਾ ਖਾਸਾ ਵਿਰੋਧ ਕਰਦੀ ਹੈ ਤੇ ਆਮ ਜਨਤਾ ਨੂੰ ਆਪਣੀ ਸਾਈਡ ਲੈ ਲੈਂਦੀ ਹੈ। ਫਿਰ ਆਮ ਜਨਤਾ ਦੀ ਮਦਦ ਨਾਲ ਕਿ ਇਹ ਗੱਦੀ 'ਤੇ ਬਹਿੰਦੀ ਹੈ ਰਜ਼ੀਆ ਸੁਲਤਾਨਾ, ਤੇ ਫਸਟ ਮੁਸਲਿਮ ਰੂਲਰ ਆਫ ਇੰਡੀਆ ਬਣਦੀ ਹੈ। ਠੀਕ ਹੈ। ਫਸਟ ਲੇਡੀ ਰੂਲਰ ਆਫ ਇੰਡੀਆ ਵੀ ਰਜ਼ੀਆ ਸੁਲਤਾਨਾ ਹੀ ਹੈ। ਤੇ ਸਭ ਤੋਂ ਪਹਿਲਾ ਕੰਮ ਰਜ਼ੀਆ ਸੁਲਤਾਨਾ ਕੀ ਕਰਦੀ ਹੈ, ਸਭ ਤੋਂ ਪਹਿਲਾ ਕੰਮ ਇਹ ਇਹਨਾਂ ਦੋਵਾਂ ਨੂੰ ਹੀ, ਸ਼ਾਹ ਤੁਰਕਨ ਤੇ ਰੁਕਨੁਦੀਨ ਫਿਰੋਜ਼ ਸ਼ਾਹ ਨੂੰ, ਇਹਨੂੰ ਜੇਲ੍ਹ 'ਚ ਕੈਦ ਕਰ ਲੈਂਦੀ ਹੈ। ਠੀਕ ਹੈ। ਉਸ ਤੋਂ ਬਾਅਦ 'ਚੋਂ ਅੱਜ ਆਪਾਂ ਗੱਲ ਕਰਾਂਗੇ ਰਜ਼ੀਆ ਸੁਲਤਾਨਾ ਬਾਰੇ, ਇਹਦਾ ਕਿਵੇਂ ਇਹਦਾ ਟਾਈਮ ਪੀਰੀਅਡ ਸੀ ਸਾਰਾ ਕੁਝ। ਇਹਦਾ ਟਾਈਮ ਪੀਰੀਅਡ ਸੀ 1236 ਤੋਂ, ਠੀਕ ਹੈ। ਜਿਹੜੀ ਰਜ਼ੀਆ ਸੁਲਤਾਨਾ ਸੀ ਐਕਚੁਅਲੀ ਬਹੁਤ ਹੀ ਬੋਲਡ ਲੇਡੀ ਸੀ। ਠੀਕ ਹੈ। ਇਹਨੇ ਕੀ ਨਾਮ, ਇਹ ਐਕਚੁਅਲੀ ਇਹ ਫੇਮਸ ਸੀ ਆਪਣੇ ਐਡਮਿਨਿਸਟ੍ਰੇਸ਼ਨ ਲਈ। ਇਹ ਐਕਚੁਅਲੀ ਪੁਰਸ਼ ਦੀ ਪੁਸ਼ਾਕ ਪਾ ਕੇ ਆ ਜਾਂਦੀ ਸੀ ਦਰਬਾਰ 'ਚ। ਠੀਕ ਹੈ। ਇਹਨੂੰ ਘੁੜਸਵਾਰੀ ਦਾ ਬਹੁਤ ਸ਼ੌਂਕ ਸੀ ਤੇ ਇਹ ਪਰਦਾ ਵੀ ਨਹੀਂ ਪਾਉਂਦੀ ਸੀ, ਮਤਲਬ ਜੋ ਲੈਂਦੇ ਨੇ ਮੁਸਲਿਮ ਮੂਵਮੈਂਟ, ਤੇ ਇਹ ਉਹ ਪਰਦਾ ਵੀ ਨਹੀਂ ਪਾਉਂਦੀ ਸੀ, ਜੋ ਕਿ ਉਸ ਇਸਲਾਮ ਧਰਮ ਦੇ ਅਗੇਂਸਟ ਮੰਨਿਆ ਗਿਆ। ਠੀਕ ਹੈ। ਤੇ ਇਹ ਚੀਜ਼ਾਂ ਵੇਖ ਕੇ ਜਿਹੜੇ 40 ਤੁਰਕ ਦਰਬਾਰੀ ਸੀ ਉਹ ਇਹਦੇ ਅਗੇਂਸਟ ਹੋ ਜਾਂਦੇ ਨੇ, ਉਹ ਇਹਦਾ ਵਿਦਰੋਹ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹ ਮੰਨਦੇ ਨੇ ਕਿ ਇਹ ਇਸਲਾਮ ਧਰਮ ਦੇ ਅਗੇਂਸਟ ਜਾ ਰਹੀ ਹੈ ਤੇ ਇਹਦਾ ਵਿਦਰੋਹ ਕਰਨਾ ਸ਼ੁਰੂ ਕਰ ਦਿੰਦੇ ਨੇ। ਕਿੰਦਾ, ਰਜ਼ੀਆ ਸੁਲਤਾਨਾ ਦਾ। ਹੁਣ ਕੀ ਹੁੰਦਾ ਹੈ, ਇਹ ਇੱਕ ਜਿਵੇਂ ਦੇਖਦੀ ਹੈ ਕਿ ਮੇਰੇ ਅਗੇਂਸਟ ਵਿਦਰੋਹ ਹੋ ਰਿਹਾ ਰਜ਼ੀਆ ਸੁਲਤਾਨਾ, ਇਹ ਸਭ ਤੋਂ ਪਹਿਲਾਂ ਇੱਕ ਵੱਡਾ ਕਦਮ ਚੱਕਦੀ ਹੈ। ਉਹ ਵੱਡਾ ਕਦਮ ਕੀ ਹੁੰਦੇ ਆ ਕਿ ਜਿਹੜੇ ਵੀ ਹਾਈ ਪੋਸਟ ਹੁੰਦੇ ਨੇ, ਜਿੰਨੀ ਵੀ ਹਾਈ ਪੋਸਟ ਹੁੰਦੀਆਂ ਨੇ, ਵਜ਼ੀਰ ਹੋ ਗਿਆ, ਕੁਛ ਵੀ ਹੋ ਗਿਆ ਹੈ ਨਾ, ਇਹਨਾਂ 'ਤੇ ਲੋ ਕਾਸਟ ਦੇ ਪੀਪਲ ਅਪਾਇੰਟ ਕਰਨਾ ਸ਼ੁਰੂ ਕਰ ਦਿੰਦੀ ਹੈ। ਤੇ ਜਿੰਨੀ ਵੀ ਲੋ ਪੋਸਟ ਹੁੰਦੇ ਹੈ ਉਹਨਾਂ 'ਤੇ ਹਾਈ ਕਾਸਟ ਪੀਪਲ ਅਪਾਇੰਟ ਕਰਨਾ ਸ਼ੁਰੂ ਕਰ ਦਿੰਦੇ। ਇਹ ਚੀਜ਼ ਵੇਖ ਕੇ ਕੌਣ ਆ ਜਾਂਦੇ, ਜਿਹੜੇ 40 ਤੁਰਕ ਹੁੰਦੇ ਨੇ, 40 ਨੋਬਲ ਹੁੰਦੇ ਨੇ, ਉਹ ਇਹਦਾ ਹੋਰ ਵਿਦਰੋਹ ਕਰਨਾ ਸ਼ੁਰੂ ਕਰ ਦਿੰਦੇ ਨੇ। ਠੀਕ ਹੈ। ਇੱਕ ਹੁੰਦਾ ਇਹਦਾ ਜਿਹੜਾ ਗੁਲਾਮ ਹੁੰਦਾ, ਉਹਦਾ ਨਾਮ ਹੁੰਦਾ ਯਕੂਤ ਖਾਨ। ਯਕੂਤ ਖਾਨ ਕੀ ਹੁੰਦਾ ਹੈ, ਇੱਕ ਯਕੂਤ ਖਾਨ ਇੱਕ ਅਫਰੀਕਨ ਕੰਟੀਨੈਂਟ ਕੰਟਰੀ ਹੈ, ਅਬੀਸੀਨੀਆ। ਠੀਕ ਹੈ। ਅਫਰੀਕਨ ਕੰਟੀਨੈਂਟ ਦੀ ਕੰਟਰੀ ਹੈ। ਅਫਰੀਕਨ ਕੰਟੀਨੈਂਟ ਦੀ ਕੰਟਰੀ ਹੈ ਅਬੀਸੀਨੀਆ। ਉੱਥੋਂ ਆ ਜਾਂਦਾ ਯਕੂਤ ਖਾਨ। ਯਕੂਤ ਖਾਨ ਇੱਕ ਲੋ ਕਾਸਟ ਦਾ ਮੁਸਲਿਮ ਹੁੰਦਾ, ਨੀਗਰੋ ਹੁੰਦਾ, ਬੇਸਿਕਲੀ ਬਲੈਕ ਹੁੰਦਾ, ਵੈਸਟ ਇੰਡੀਜ਼ ਦੇ ਜਿਵੇਂ ਪੀਪਲ ਹੁੰਦੇ ਨਾ ਉੱਦਾਂ ਨੀਗਰੋ ਹੁੰਦਾ, ਬਲੈਕ। ਇੱਕ ਲੋ ਕਾਸਟ ਦਾ ਮੁਸਲਿਮ ਹੁੰਦਾ ਜਿਹਨੂੰ ਕਿ ਅਪਾਇੰਟ ਕਰ ਲੈਂਦੀ ਰਜ਼ੀਆ ਸੁਲਤਾਨ, ਇਹਨੂੰ ਇੱਕ ਹਾਈ ਪੋਸਟ 'ਤੇ ਅਪਾਇੰਟ ਕਰ ਦਿੰਦੀ ਹੈ। ਹਾਈ ਪੋਸਟ ਦਾ ਨਾਮ ਕੀ ਹੁੰਦਾ, ਅਮੀਰ ਅਖੂਰ।
ठीक है। ਇਹਦਾ ਮਤਲਬ ਅਮੀਰ ਅਖੂਰ ਦਾ ਮਤਲਬ ਕਿ ਇਹਨੂੰ ਹੈਡ ਆਫ ਦਾ ਬਣਾ ਦਿੰਦੀ ਅਸਤਬਲ ਦਾ, ਠੀਕ ਹੈ, ਇਹਨੂੰ ਹੈਡ ਬਣਾ ਦਿੰਦੀ ਆ ਸਟੇਬਲ ਦਾ। ਅਸਤਬਲ ਜਿਹੜੇ ਇੱਥੇ ਘੋੜੇ ਰੱਖੇ ਜਾਂਦੇ ਨੇ, ਠੀਕ ਹੈ, ਇਹਨੂੰ ਹੈਡ ਬਣਾ ਦਿੰਦੀ ਹੈ ਕੌਣ? ਰਜ਼ੀਆ ਸੁਲਤਾਨਾ। ਡੈਫੀਨੇਟਲੀ ਇਹ ਚੀਜ਼ ਕੌਣ ਨਹੀਂ ਲਾਈਕ ਕਰਨਗੇ? 40 ਨੋਬਲਸ, ਕਿਉਂਕਿ ਇੱਕ ਲੋ ਕਾਸਟ ਦੇ ਮੁਸਲਿਮ ਨੂੰ ਲੋ ਕਾਸਟ ਜਿਹੜਾ ਬੰਦਾ ਉਹਨੂੰ ਅਪੁਆਇੰਟ ਕਰ ਦਿੰਦੇ ਇੱਕ ਹਾਈ ਜੋਬ ਤੇ, ਠੀਕ ਹੈ। ਇੱਕ ਬਹੁਤ ਵੱਡੀ ਜੋਬ ਹੁੰਦੀ ਸੀ ਉਸ ਟਾਈਮ, ਜਿਹੜੀ ਅਮੀਰ ਅਖੂਰ ਜਿਹੜਾ ਕਿ ਅਸਤਬਲ ਦਾ ਅਧਿਅਕਸ਼ ਹੁੰਦਾ ਉਹਨੂੰ ਬਣਾ ਦਿੰਦੀ ਹੈ ਯਕੂਤ ਖਾਨ ਨੂੰ। ਹੁਣ ਰੋਜ਼ ਰਜ਼ੀਆ ਸੁਲਤਾਨਾ ਆਪਣੇ ਦਰਬਾਰ ਜਦੋਂ ਜਾਂਦੀ ਸੀ, ਪਹਿਲੇ ਅਸਤਬਲ ਜਾਂਦੀ ਸੀ, ਉੱਥੇ ਘੋੜੇ ਦੇ ਉੱਪਰ ਬੈਠ ਕੇ, ਠੀਕ ਹੈ, ਜਦੋਂ ਯਕੂਤ ਖਾਨ ਆਪਣਾ ਕੰਧਾ ਦਿੰਦਾ ਸੀ ਉਹਦੇ 'ਤੇ ਪੈਰ ਰੱਖ ਕੇ ਉਤਰਦੀ ਸੀ। ਇਸ ਤਰ੍ਹਾਂ ਇਹਨਾਂ ਰੋਜ਼ ਮਿਲਣਾ ਜੁਲਣਾ ਹੁੰਦਾ ਸੀ ਕਿਹਦੇ ਨਾਲ? ਯਕੂਤ ਖਾਨ ਨਾਲ, ਠੀਕ ਹੈ। ਬਟ ਇਹ ਕੀ ਹੈ? षड्यंत्र ਰਚਦੇ ਨੇ ਕੌਣ? 40 ਨੋਬਲਸ। 40 ਨੋਬਲਸ ਕੀ षड्यंत्र ਰਚਦੇ ਨੇ? 40 ਟਰਕਿਸ਼ ਨੋਬਲ ਜਿਹੜੇ ਚਹਿਲਗਾਨੀ, ਉਹ ਇਹ षड्यंत्र ਰਚਦੇ ਨੇ ਕਿ ਉਹ ਅਫਵਾਹ ਉਡਾ ਦਿੰਦੇ ਨੇ। ਅਫਵਾਹ ਕੀ ਉਡਾਉਂਦੇ ਨੇ? ਅਫਵਾਹ ਇਹ ਉਡਾਉਂਦੇ ਨੇ ਕਿ ਜਿਹੜਾ ਯਕੂਤ ਖਾਨ ਹੈ ਅਤੇ ਇਹਦਾ ਰਜ਼ੀਆ ਸੁਲਤਾਨਾ ਹੈ, ਇਹਨਾਂ ਦਾ ਅਫੇਅਰ ਚੱਲ ਰਿਹਾ, ਠੀਕ ਹੈ। ਇਹ ਅਫਵਾਹ ਉਡਾ ਦਿੰਦੇ ਨੇ ਪੂਰੀ ਆਮ ਜਨਤਾ 'ਚ, ਤਾਂ ਕਿ ਆਮ ਜਨਤਾ ਇਹਨਾਂ ਦਾ ਵਿਦਰੋਹ ਕਰੇਗੀ ਅਤੇ ਇਹਨੂੰ ਰਜ਼ੀਆ ਸੁਲਤਾਨਾ ਨੂੰ ਗੱਦੀ ਤੋਂ ਲਾ ਦੇਗੀ। ਬਟ ਹੁੰਦਾ ਕੀ ਹੈ? ਹੁੰਦਾ ਕੁਛ ਵੀ ਨਹੀਂ, ਇਹਦਾ ਕੋਈ ਇਫੈਕਟ ਨਹੀਂ ਪੈਂਦਾ, ਕਿਉਂਕਿ ਆਮ ਜਨਤਾ ਨੂੰ ਪਤਾ ਹੁੰਦਾ ਕਿ ਜਿਹੜੇ 40 ਟਰਕਿਸ਼ ਨੋਬਲਸ ਨੇ ਇਹ ਬਹੁਤ ਤੇਜ਼ ਨੇ, ਇਹ ਜਾਣ ਕੇ ਕਰ ਰਹੇ ਨੇ। ਰਜ਼ੀਆ ਸੁਲਤਾਨਾ ਦਾ ਕੋਈ ਅਫੇਅਰ ਨਹੀਂ ਚੱਲ ਰਿਹਾ ਯਕੂਤ ਖਾਨ ਨਾਲ, ਉਹ ਬਸ ਆਪਣੀ ਜੋਬ ਕਰ ਰਿਹਾ। ਕੌਣ? ਇਹਦਾ ਗੁਲਾਮ ਯਕੂਤ ਖਾਨ, ਹੋਰ ਕੁਛ ਨਹੀਂ ਕਰ ਰਿਹਾ, ਠੀਕ ਹੈ। ਇਹਦਾ ਕੋਈ ਇਫੈਕਟ ਨਹੀਂ ਪੈਂਦਾ। ਐਕਚੁਅਲੀ ਇਹ षड्यंत्र 'ਚ ਤਾਂ ਕਾਮਯਾਬ ਹੋ ਜਾਂਦੇ ਹੈ, षड्यंत्र 'ਚ ਨਾ ਕਾਮਯਾਬ ਹੋਏ, ਅਨਸਕਸੈਸਫੁਲ ਹੁੰਦੇ ਨੇ 40 ਟਰਕਿਸ਼ ਨੋਬਲਸ। ਬਟ ਉਹ षड्यंत्र ਹੋਰ ਰਚਨੇ ਸ਼ੁਰੂ ਕਰ ਦਿੰਦੇ ਨੇ। ਉਹ ਜਿੰਨੇ ਵੀ ਰਜ਼ੀਆ ਸੁਲਤਾਨਾ ਦੇ ਵਫਾਦਾਰ ਹੁੰਦੇ ਨੇ, ਜਿੰਨੇ ਵੀ ਰਜ਼ੀਆ ਸੁਲਤਾਨਾ ਦੇ ਵਫਾਦਾਰ ਜੋ ਕਿ ਹਾਇਰ ਪੋਸਟ 'ਤੇ ਅਪੁਆਇੰਟ ਕੀਤੇ ਹੁੰਦੇ ਨੇ, ਉਹ ਉਹਨਾਂ ਨੂੰ ਤੋੜਨਾ ਸ਼ੁਰੂ ਕਰ ਦਿੰਦੇ ਨੇ। ਕੌਣ? 40 ਟਰਕਿਸ਼ ਨੋਬਲਸ। ਉਹਨਾਂ ਨੂੰ ਦਿਲਾਸਾ ਦਿੰਦੇ, ਤੁਹਾਨੂੰ ਅਸੀਂ ਹਾਈ ਪੋਸਟ ਦੇਵਾਂਗੇ, ਤੁਸੀਂ ਤੁਸੀਂ ਆਪ ਰਜ਼ੀਆ ਸੁਲਤਾਨਾ ਦਾ ਵਿਦਰੋਹ ਕਰਨਾ ਸ਼ੁਰੂ ਕਰ ਦਿਓ, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਬਹੁਤ ਸਾਰਾ ਪੈਸਾ ਦੇਵਾਂਗੇ। ਇਹਨਾਂ ਨੇ ਈਵਨ ਕਿ ਜਿਹੜੀ ਦਿੱਲੀ ਹੈ ਆਪਣੀ ਯਮੁਨਾ ਬੈਂਕਸ 'ਤੇ ਬਣੀ ਹੈ, ਯਮੁਨਾ ਬੈਂਕਸ ਦੇ ਕਿਨਾਰੇ 'ਤੇ ਬਣੀ ਹੈ ਸਾਰਾ ਦਿੱਲੀ ਸ਼ਹਿਰ, ਅਤੇ ਇਹ ਉਹਨੂੰ ਕੀ ਕਰਦੇ ਨੇ, ਉੱਥੇ ਟਰਾਂਸ ਯਮੁਨਾ ਦੇ ਕੋਲ ਈਵਨ ਕਿ ਕੈਂਪ ਵੀ ਲਗਾ ਲੈਂਦੇ ਨੇ। ਕੌਣ? 40 ਟਰਕਿਸ਼ ਨੋਬਲਸ ਉੱਥੇ ਇੱਕ ਕੈਂਪ ਲਗਾ ਲੈਂਦੇ ਨੇ ਤਾਂ ਕਿ ਉੱਥੇ ਬਹਿ ਕੇ ਯੋਜਨਾਵਾਂ ਬਣਾ ਸਕਣ। ਕੌਣ? ਕਿ ਕਿਹਦੇ ਅਗੇਂਸਟ? ਰਜ਼ੀਆ ਸੁਲਤਾਨਾ ਦੇ ਅਗੇਂਸਟ, ਠੀਕ ਹੈ। ਈਵਨ ਕਿ ਜਿਹੜੇ 40 ਟਰਕਿਸ਼ ਨੋਬਲ ਸੀ, ਜਦੋਂ ਆਪਣੇ ਰਜ਼ੀਆ ਸੁਲਤਾਨਾ ਐਂਟਰ ਕਰਦੀ ਸੀ ਦਰਬਾਰ 'ਚ, ਇਹਨੂੰ ਮਤਲਬ ਕਿ ਅਦਾਬ ਵੀ ਨਹੀਂ ਕਰਦੇ ਸੀ, ਵਾਲੇਕੁਮ ਅਸਲਾਮ, ਸਲਾਮ ਵਾਲੇਕੁਮ, ਇਹ ਕੁਛ ਵੀ ਨਹੀਂ ਕਰਦੇ ਸੀ। ਅਤੇ ਇਹ ਇੱਕ ਅਪਮਾਨਜਨਕ ਗੱਲ ਸੀ ਕਿਹਦੇ ਲਈ? ਇਹ ਅਪਮਾਨਜਨਕ ਗੱਲ ਸੀ ਰਜ਼ੀਆ ਸੁਲਤਾਨਾ ਲਈ, ਕਿ ਉਹਨੇ ਇਸੇ ਕਰਕੇ ਹੀ ਲੋ ਕਾਸਟ ਪੀਪਲ ਨੂੰ ਹਾਈ ਪੋਸਟ ਅਪੁਆਇੰਟ ਕੀਤਾ ਸੀ, ਤਾਂ ਕਿ ਇਹਨੂੰ ਵੇਖ ਕੇ ਜਦੋਂ ਲੋ ਕਾਸਟ ਪੀਪਲ ਇਹਨੂੰ ਸਜਦਾ ਕਰਨਗੇ, ਜਦੋਂ ਇਹਨੂੰ ਅਦਾਬ ਕਰਨਗੇ, ਅਤੇ ਇਹਨੂੰ ਵੇਖ ਕੇ ਚੇਂਜ ਕੌਣ ਹੋਣਗੇ? 40 ਟਰਕਿਸ਼ ਨੋਬਲਸ। ਫਿਰ ਉਹਨੂੰ ਵੇਖ ਕੇ ਉਹ ਵੀ 40 ਟਰਕਿਸ਼ ਨੋਬਲਸ ਵੀ ਇਹਨੂੰ ਅਦਾਬ ਕਰਨਾ ਸ਼ੁਰੂ ਕਰ ਦੇਣਗੇ। ਬਟ ਉਹ ਇਹੋ ਜਿਹਾ ਕੁਛ ਵੀ ਨਹੀਂ ਕਰਦੇ, ਈਵਨ ਕਿ ਉਹ षड्यंत्र ਹੋਰ ਰਚਨਾ ਸ਼ੁਰੂ ਕਰ ਦਿੰਦੇ ਨੇ, ਠੀਕ ਹੈ। ਜਿਹੜੇ 40 ਨੋਬਲਸ ਨੇ, ਨੋਬਲਸ ਹੈਜ਼ਡ ਕੰਸਪੀਰੇਸੀ ਅਗੇਂਸਟ ਰਜ਼ੀਆ ਸੁਲਤਾਨਾ। ਠੀਕ ਹੈ। ਹੁਣ ਨਾ ਇੱਕ ਬਠਿੰਡੇ ਦਾ ਗਵਰਨਰ ਹੁੰਦਾ, ਬਠਿੰਡੇ ਦਾ ਸੂਬੇਦਾਰ ਹੁੰਦਾ। ਬਠਿੰਡਾ ਐਕਚੁਅਲੀ ਉਸ ਟਾਈਮ 'ਤੇ ਪੰਜਾਬ 'ਚ ਬਹੁਤ ਹੀ ਵੱਡਾ ਰਾਜ ਹੁੰਦਾ ਸੀ ਬਠਿੰਡਾ, ਠੀਕ ਹੈ। ਉਹਦਾ ਸੂਬੇਦਾਰ ਕੌਣ ਸੀ? ਅਲਤੂਨੀਆ ਉਹਦਾ ਸੂਬੇਦਾਰ ਸੀ। ਅਲਤੂਨੀਆ ਇੱਕ ਫਾਸਟ ਫਰੈਂਡ ਸੀ ਕਿੰਦਾ? ਅਲਤੂਨੀਆ ਇੱਕ ਫਾਸਟ ਫਰੈਂਡ ਸੀ ਰਜ਼ੀਆ ਸੁਲਤਾਨਾ ਦਾ, ਠੀਕ ਹੈ। ਰਜ਼ੀਆ ਸੁਲਤਾਨਾ ਦਾ ਫਾਸਟ ਫਰੈਂਡ ਸੀ। ਹੁਣ ਕੀ ਹੁੰਦਾ ਹੈ? ਉਹ षड्यंत्र ਰਚਦੇ ਨੇ ਕੌਣ? ਐਜ਼ ਯੂਜੂਅਲ 40 ਟਰਕਿਸ਼ ਨੋਬਲਸ। ਉਹ ਕੀ षड्यंत्र ਰਚਦੇ ਨੇ? ਉਹ ਇਹ षड्यंत्र ਰਚਦੇ ਨੇ, ਉਹ ਅਲਤੂਨੀਆ ਨੂੰ ਆਪਣੀ ਸਾਈਡ ਲੈਣਾ ਸ਼ੁਰੂ ਕਰ ਦਿੰਦੇ ਨੇ, ਤਾਂ ਕਿ ਉਹ ਰਜ਼ੀਆ ਸੁਲਤਾਨਾ ਨੂੰ ਗੱਦੀ ਤੋਂ ਲਾ ਸਕਣ। ਹੁਣ ਉਹ ਕੀ ਕਰਦੇ ਨੇ? ਉਹ ਅਲਤੂਨੀਆ ਨੂੰ
ਕਹਿੰਦੇ ਨੇ ਕਿ ਤੂੰ ਉਹਨੂੰ ਡਿਨਰ ਤੇ ਇਨਵਾਈਟ ਕਰ, ਠੀਕ ਹੈ। ਉਸ ਤੋਂ ਬਾਅਦ ਚੋਂ ਉਹਨੂੰ ਆਪਣੇ ਜੇਲ੍ਹ 'ਚ ਕੈਦ ਕਰ ਲਈ ਧੋਖਾ ਦੇ ਕੇ, ਤੇ ਇੱਥੇ ਤੈਨੂੰ ਅਸੀਂ ਹਾਈ ਪੋਸਟ ਦੇ ਦਾਂਗੇ, ਠੀਕ ਹੈ। ਹੁਣ ਕੁਛ ਸਟੂਡੈਂਟਸ ਇਹ ਵੀ ਕਹਿੰਦੇ ਨੇ ਕਿ ਉਹ ਅਲਤੂਨੀਆ ਨੂੰ ਬੁਲਾਉਂਦਾ ਹੈ ਤੇ ਅਲਤੂਨੀਆ ਉਹਦੇ ਅਗੇਂਸਟ ਵਿਦਰੋਹ ਕਰਦੇ ਰਜ਼ੀਆ ਸੁਲਤਾਨਾ ਦੇ ਅਗੇਂਸਟ, ਤੇ ਜਦੋਂ ਜਿਵੇਂ ਹੀ ਰਜ਼ੀਆ ਸੁਲਤਾਨਾ ਆਪਣਾ ਵਿਦਰੋਹ ਸ਼ਾਂਤ ਕਰਨ ਆਏਗੀ ਬਠਿੰਡਾ, ਤੇ ਤੂੰ ਉਹਨੂੰ ਕੈਦ ਕਰ ਲਈ, ਠੀਕ ਹੈ। ਕੁਛ ਸਟੂਡੈਂਟਸ ਇਹ ਕਹਿੰਦੇ ਨੇ ਕਿ ਉਹ ਡਿਨਰ ਤੇ ਇਨਵਾਈਟ ਕਰਦਾ ਹੈ, ਕੁਛ ਸਟੂਡੈਂਟਸ ਇਹ ਮੰਨਦੇ ਨੇ ਕਿ ਵਿਦਰੋਹ ਕਰਦੇ ਅਲਤੂਨੀਆ ਰਜ਼ੀਆ ਸੁਲਤਾਨਾ ਦੇ ਅਗੇਂਸਟ। ਇਹ ਦੋ ਚੀਜ਼ਾਂ ਨੇ। ਹੁਣ ਕੀ ਹੁੰਦਾ ਹੈ, ਅਲਤੂਨੀਆ ਅਗਰ ਦੇਖਿਆ ਜਾਏ ਪਹਿਲੀ ਆਪਾਂ ਕੰਡੀਸ਼ਨ ਲਈਏ, ਪਹਿਲੀ ਕੰਡੀਸ਼ਨ ਦੇ ਅਕੋਰਡਿੰਗ ਜੇ ਉਹ ਡਿਨਰ ਤੇ ਬੁਲਾਉਂਦਾ ਹੈ ਤੇ ਉਹਦੇ ਨਾਲ ਕੌਣ ਜਾਂਦਾ ਹੈ, ਯਕੂਤ ਖਾਨ, ਜਿਹੜਾ ਕਿ ਹੁੰਦਾ ਇੱਕ ਹੋਰ ਗੁਲਾਮ ਸੀ, ਠੀਕ ਹੈ, ਜੋ ਕਿ ਅਧਿਕਸ਼ ਬਣਾਇਆ ਸੀ ਜਿਹਨੂੰ ਅਸਤਬਲ ਦਾ, ਠੀਕ ਹੈ, ਉਹਦੇ ਨਾਲ ਜਾਂਦਾ ਬਠਿੰਡਾ। ਤੇ ਪਹਿਲੀ ਕੰਡੀਸ਼ਨ ਦੇ ਅਕੋਰਡਿੰਗ ਉਹ ਡਿਨਰ ਤੇ ਜਾਂਦੀ ਬਠਿੰਡਾ, ਉੱਥੇ ਡਿਨਰ ਕਰਕੇ ਇਹਨੂੰ ਕੈਦ ਕਰ ਲੈਂਦਾ, ਕੌਣ, ਅਲਤੂਨੀਆ ਜੇਲ੍ਹ 'ਚ ਕੈਦ ਕਰ ਲੈਂਦਾ, ਤੇ ਯਕੂਤ ਖਾਨ ਦੀ ਉੱਥੇ ਹੱਤਿਆ ਕਰਵਾ ਦਿੰਦਾ ਹੈ, ਠੀਕ ਹੈ। ਜੇ ਹੁਣ ਦੂਜੀ ਕੰਡੀਸ਼ਨ ਦੇ ਅਕੋਰਡਿੰਗ ਵੇਖੀਏ, ਦੂਜੀ ਕੰਡੀਸ਼ਨ ਦੇ ਅਕੋਰਡਿੰਗ ਇਹ ਹੈ ਕਿ ਜਿਵੇਂ ਵਿਦਰੋਹ ਕਰਦਾ ਅਲਤੂਨੀਆ ਬਠਿੰਡਾ 'ਚ ਰਜ਼ੀਆ ਸੁਲਤਾਨਾ ਦੇ ਅਗੇਂਸਟ, ਤੇ ਜਿਵੇਂ ਰਜ਼ੀਆ ਸੁਲਤਾਨਾ ਜਾਂਦੀ ਹੈ ਉੱਥੇ ਬਠਿੰਡਾ ਆਪਣਾ ਵਿਦਰੋਹ ਸ਼ਾਂਤ ਕਰਨ, ਤੇ ਕੀ ਕਰਦਾ ਹੈ, ਅਟੈਕ ਕਰ ਦਿੰਦਾ। ਉਹ ਐਕਚੁਅਲੀ ਛੋਟੀ ਜਿਹੀ ਟੁਕੜੀ ਲੈ ਕੇ ਜਾਈ ਹੁੰਦੀ ਸੈਨਾ ਦੀ, ਉਹਨੂੰ ਇਹ ਨਹੀਂ ਪਤਾ ਸੀ ਕਿ ਉਹ ਉੱਥੇ ਅਟੈਕ ਕਰ ਦੇਗਾ, ਤੇ ਉਹ ਅਟੈਕ ਕਰ ਦਿੰਦਾ ਕੌਣ, ਅਲਤੂਨੀਆ ਰਜ਼ੀਆ ਸੁਲਤਾਨਾ ਤੇ ਯਕੂਤ ਖਾਨ ਦੀ ਹੱਤਿਆ ਕਰਵਾ ਦਿੰਦੇ ਨੇ, ਤੇ ਰਜ਼ੀਆ ਸੁਲਤਾਨਾ ਨੂੰ ਕੈਦ ਕਰ ਲੈਂਦੇ ਨੇ, ਦੋਵਾਂ ਕੰਡੀਸ਼ਨ ਦੇ ਅਕੋਰਡਿੰਗ, ਠੀਕ ਹੈ। ਕੁਝ ਸਟੂਡੈਂਟਸ ਇਹ ਮੰਨਦੇ ਨੇ ਕਿ ਡਿਨਰ ਤੇ ਬੁਲਾਉਂਦਾ, ਤੇ ਕੁਝ ਸਟੂਡੈਂਟਸ ਇਹ ਮੰਨਦੇ ਕਿ ਇਹਨੇ ਰਿਵੋਲਟ ਕਰਤਾ ਸੀ ਰਜ਼ੀਆ ਸੁਲਤਾਨਾ ਦੇ ਅਗੇਂਸਟ। ਕੁੱਲ ਮਿਲਾ ਕੇ ਗੱਲ ਇਹ ਕਿ ਰਜ਼ੀਆ ਸੁਲਤਾਨਾ ਨੂੰ ਕੈਦ ਕਰ ਲੈਂਦੇ ਨੇ ਬਠਿੰਡਾ ਜੇਲ੍ਹ 'ਚ, ਤੇ ਉਹਨੂੰ ਉਸ ਤੋਂ ਬਾਅਦ ਚੋਂ ਪਿੱਛੋਂ ਬਹਿਰਾਮ ਸ਼ਾਹ, ਜੋ ਕਿ ਰਜ਼ੀਆ ਸੁਲਤਾਨਾ ਦਾ ਸੁਤੇਲਾ ਇੱਕ ਭਰਾ ਸੀ, ਠੀਕ ਹੈ, ਜਿਵੇਂ ਰੁਕਨੁਦੀਨ ਫਿਰੋਜ਼ ਸ਼ਾਹ ਭਰਾ ਸੀ, ਉਵੇਂ ਹੀ ਇੱਕ ਬਹਿਰਾਮ ਸ਼ਾਹ ਭਰਾ ਸੀ ਕਿੰਦਾ ਰਜ਼ੀਆ ਸੁਲਤਾਨਾ, ਉਹ ਵੀ ਸੁਤੇਲਾ ਭਰਾ ਸੀ, ਠੀਕ ਹੈ। ਉਹਨੂੰ ਪਿੱਛੋਂ ਗੱਦੀ ਦੇ ਕੌਣ ਪਾ ਦਿੰਦੇ ਨੇ, 40 ਟਰਕਿਸ਼ ਨੋਬਲਸ। ਹੁਣ ਅਲਤੂਨੀਆ ਜਦੋਂ ਬਹਿਰਾਮ ਸ਼ਾਹ ਕੋ ਵਾਪਸ ਜਾਂਦਾ ਹੈ, ਠੀਕ ਹੈ, ਬਹਿਰਾਮ ਸ਼ਾਹ ਕੋ ਵਾਪਸ ਜਾਂਦਾ ਹੈ ਤੇ ਦਿੱਲੀ ਆਫਟਰ ਜਦੋਂ ਰਿਵੋਲਟ ਕਰ ਦਿੰਦਾ ਰਜ਼ੀਆ ਸੁਲਤਾਨਾ ਦੇ ਅਗੇਂਸਟ, ਤਾਂ ਕਿ ਉਹਨੂੰ ਇਹ ਲੱਗਦਾ ਹੈ ਕਿ ਦਿੱਲੀ ਜਾ ਕੇ ਉਹਦਾ ਬਹੁਤ ਜ਼ਿਆਦਾ ਮਾਨ ਸਨਮਾਨ ਹੋਏਗਾ, ਈਵਨ ਕਿ ਉਹਨੂੰ ਰੈੱਡ ਕਾਰਪੇਟ 'ਤੇ ਲੈ ਕੇ ਜਾਣਗੇ, ਠੀਕ ਹੈ, ਉਹਨੂੰ ਬੁੱਕੇ ਦੇਣਗੇ, ਠੀਕ ਹੈ, ਬਹੁਤ ਰਿਸਪੈਕਟ ਮਿਲੇਗੀ। ਬਟ ਹੁੰਦਾ ਇਹਦਾ ਬਿਲਕੁਲ ਉਲਟ ਹੈ, ਉਹਨੂੰ ਇੱਕ ਬਹੁਤ ਜ਼ਿਆਦਾ ਜਲੀਲ ਕੀਤਾ ਜਾਂਦਾ ਹੈ ਅਲਤੂਨੀਆ ਨੂੰ, ਜਦੋਂ ਉੱਥੇ ਦਿੱਲੀ ਜਾਂਦਾ ਹੈ 40 ਤੁਰਕ ਨੋਬਲ ਦੁਆਰਾ, ਠੀਕ ਹੈ। ਉਹਨੂੰ ਈਵਨ ਕਿ ਗੰਦੇ ਗੰਦੇ ਰਿਮਾਰਕਸ ਦਿੱਤੇ ਜਾਂਦੇ, ਕਮੈਂਟ ਪਾਸ ਕੀਤੇ ਜਾਂਦੇ ਨੇ, ਤੇ ਉਹ ਸ਼ਰਮਿੰਦਾ ਹੋ ਕੇ ਵਾਪਸ ਆ ਜਾਂਦਾ ਕਿੱਥੇ, ਬਠਿੰਡਾ। ਜਦੋਂ ਬਹਿਰਾਮ ਸ਼ਾਹ ਨੂੰ ਗੱਦੀ ਤੇ ਬਾ ਦਿੰਦੇ ਨੇ 40 ਤੁਰਕ ਨੋਬਲਸ, ਤੇ ਜਿੰਨੀ ਵੀ ਉਹ ਪੋਸਟਾਂ ਹੁੰਦੀਆਂ ਨੇ ਵੱਡੀਆਂ ਵੱਡੀਆਂ ਉੱਚ ਪੋਸਟਾਂ, ਉਹ ਸਾਰੇ ਆਪਣੇ ਅੰਡਰ ਕਰਦੇ, ਸਾਰੇ ਆਪਣੇ ਬੰਦੇ ਉੱਚ ਪੋਸਟਾਂ 'ਤੇ ਬਾ ਦਿੰਦੇ ਨੇ 40 ਤੁਰਕ ਨੋਬਲਸ, ਠੀਕ ਹੈ। ਤੇ ਬਹਿਰਾਮ ਸ਼ਾਹ ਕਾਈਂਡ ਆਫ ਪਪੇਟ ਹੀ ਬਣ ਜਾਂਦਾ ਕਿਹਨਾਂ ਦਾ, 40 ਨੋਬਲਸ ਦਾ। ਹੁਣ ਅਲਤੂਨੀਆ ਕੀ ਕਰਦਾ ਹੈ, ਆਪਣਾ ਜਲੀਲ ਹੋ ਕੇ ਚੰਗੀ ਤਰ੍ਹਾਂ ਦਿੱਲੀ ਸਲਤਨਤ ਤੋਂ ਉਹ ਵਾਪਸ ਆਉਂਦਾ ਬਠਿੰਡਾ। ਬਠਿੰਡਾ ਕਿੱਥੇ ਆਉਂਦਾ, ਜੇਲ੍ਹ 'ਚ। ਸਿੱਧਾ ਕਿਹਨੂੰ ਮਿਲਦਾ ਜਾ ਕੇ, ਰਜ਼ੀਆ ਸੁਲਤਾਨਾ ਨੂੰ। ਅਲਤੂਨੀਆ ਮੈਰਿਜ ਦਾ ਪ੍ਰਸਤਾਵ ਰੱਖਦਾ, ਸ਼ਾਦੀ ਦਾ ਪ੍ਰਸਤਾਵ ਰੱਖਦਾ ਕਿਹਨੂੰ, ਰਜ਼ੀਆ ਸੁਲਤਾਨਾ ਨੂੰ। ਹੁਣ ਰਜ਼ੀਆ ਸੁਲਤਾਨਾ ਵੈਸੇ ਵੀ ਮਤਲਬ ਹੁਣ ਤੱਕ ਲਈ ਰਹਿ ਗਈ ਸੀ, ਯਕੂਤ ਖਾਨ ਵੀ ਮਰ ਚੁੱਕਾ ਸੀ, ਉਹਨੇ ਵਫਾਦਾਰ ਜਿਹੜੇ ਸਾਰੇ ਅਗੇਂਸਟ ਹੋ ਚੁੱਕੇ ਸੀ। ਉਹ ਸ਼ਾਦੀ ਦਾ ਪ੍ਰਸਤਾਵ ਹੁੰਦਾ ਐਕਸੈਪਟ ਕਰ ਲੈਂਦੀ ਹੈ ਤਾਂ ਕਿ ਦਿੱਲੀ ਸਲਤਨਤ ਫਿਰ ਤੋਂ ਦੁਬਾਰਾ ਹਾਸਿਲ ਕਰ ਸਕੇ। ਹੁਣ ਅਲਤੂਨੀਆ ਤੇ ਰਜ਼ੀਆ ਦੋਵੇਂ ਸ਼ਾਦੀ ਕਰ ਲੈਂਦੇ ਨੇ 1248 ਵਿੱਚ, ਠੀਕ ਹੈ। 1248 ਵਿੱਚ ਸ਼ਾਦੀ ਕਰਕੇ ਦਿੱਲੀ ਸਲਤਨਤ ਦੀ ਚੜ੍ਹਾਈ ਕਰਨਾ ਸ਼ੁਰੂ ਕਰਦੇ ਨੇ, ਕਿਉਂਕਿ ਆਲਰੇਡੀ ਅਲਤੂਨੀਆ ਕੋ ਬਹੁਤ ਜ਼ਿਆਦਾ ਹੁਣ ਸੈਨਾ ਦੀ ਟੁਕੜੀ ਹੁੰਦੀ ਹੈ। ਬਠਿੰਡਾ ਇੱਕ ਬਹੁਤ ਵੱਡਾ ਰਾਜ ਸੀ, ਤੁਹਾਨੂੰ ਦੱਸਿਆ ਜਿਵੇਂ, ਤੇ ਇਹ ਸੈਨਾ ਦੀ ਟੁਕੜੀ ਲੈ ਕੇ ਪਹੁੰਚਦੇ ਨੇ ਕਿੱਥੇ, ਦਿੱਲੀ ਦੇ ਆਊਟਸਕਰਟਸ 'ਤੇ। ਦਿੱਲੀ ਦੇ ਆਊਟਸਕਰਟਸ 'ਤੇ ਜਦੋਂ ਪਹੁੰਚਦੇ ਨੇ ਤੇ ਪਹਿਲੇ ਹੀ 40 ਤੁਰਕ ਨੋਬਲਸ ਉੱਥੇ ਸੈਨਾ ਆਪਦੀ ਭੇਜ ਦਿੰਦੇ ਨੇ। ਬਹਿਰਾਮ ਸ਼ਾਹ ਦੀ ਸੈਨਾ ਵੈਸੇ ਕਹਿਣਾ ਚਾਹੀਦਾ, ਬਟ ਬਹਿਰਾਮ ਸ਼ਾਹ ਇੱਕ ਕਾਈਂਡ ਆਫ ਪਪੇਟ ਹੀ ਸੀ, ਬਟ ਹੁਣ ਉਹ ਭੇਜਦੇ ਨੇ 40 ਤੁਰਕ ਨੋਬਲਸ ਆਪਣੀ ਸੈਨਾ ਭੇਜਦੇ ਨੇ। ਜਿਵੇਂ 40 ਤੁਰਕਿਸ਼ ਨੋਬਲਸ ਆਪਣੀ ਸੈਨਾ ਭੇਜਦੇ ਨੇ, ਤੇ ਇੱਧਰੋਂ ਅਟੈਕ ਕਰਦੀ ਹੈ ਅਲਤੂਨੀਆ ਦੀ ਸੈਨਾ, ਤੇ ਅਲਤੂਨੀਆ ਦੀ ਸੈਨਾ ਨੂੰ ਬਹੁਤ ਹੀ ਬੁਰੀ ਤਰ੍ਹਾਂ ਹਰਾਉਂਦਾ ਹੈ ਕੌਣ, 40 ਟਰਕਿਸ਼ ਨੋਬਲ ਦੀ ਸੈਨਾ। ਤੇ ਇਹ ਉੱਥੋਂ ਭੱਜਦੇ ਹੋਏ ਦੋਵੇਂ ਕਿੱਥੇ ਆ ਜਾਂਦੇ ਨੇ, ਹਰਿਆਣਾ ਦੇ ਕੈਥਲ 'ਚ। ਹਰਿਆਣਾ ਦੇ ਕੈਥਲ 'ਚ ਇੱਕ ਜੰਗਲ ਲੁਕੇ ਹੁੰਦੇ ਨੇ ਪੇੜਾਂ ਥੱਲੇ, ਤੇ ਕੁਝ ਸਟੋਰੀਜ਼ ਇਹ ਕਹਿੰਦੇ ਨੇ ਕਿ ਇਹਨੂੰ ਕੁਝ ਜੰਗਲੀ ਜਾਨਵਰ ਹੈ ਉਹ ਆ ਕੇ ਮਤਲਬ ਮਾਰ ਗਏ ਨੇ, ਤੇ ਕੁਝ ਹਿਸਟੋਰੀਅਨਸ ਇਹ ਕਹਿੰਦੇ ਨੇ ਕਿ ਜਿਹੜੀ 40 ਟਰਕਿਸ਼ ਨੋਬਲ ਦੀ ਸੈਨਾ ਸੀ ਉਹਨਾਂ ਨੇ ਮਾਰਤਾ ਕਿਹਨਾਂ ਨੂੰ, ਅਲਤੂਨੀਆ ਤੇ ਰਜ਼ੀਆ ਨੂੰ। ਇਸ ਤਰ੍ਹਾਂ ਮੰਨਿਆ ਗਿਆ ਕਿ ਜਿਹੜੀ ਰਜ਼ੀਆ ਸੁਲਤਾਨਾ 40 ਗੁੰਡਿਆਂ 'ਚ ਫਸ ਗਈ ਸੀ। ਇਸ ਕਰਕੇ ਇਹਦੇ ਗਾਣਾ ਵੀ ਬਣਿਆ ਹੋਇਆ 40 ਗੁੰਡਿਆਂ 'ਚ ਫਸ ਗਈ ਰਜ਼ੀਆ, ਠੀਕ ਹੈ, ਤੁਸੀਂ ਸੁਣਿਆ ਹੋਏਗਾ।
ਅਲਤੂਨੀਆ ਬਠਿੰਡਾ ਦਾ ਗਵਰਨਰ ਸੀ। ਮੈਡੀਵਲ ਹਿਸਟਰੀ 'ਚ ਨਾ ਗੁਲਾਮ ਦੀ ਬਹੁਤ ਮਹੱਤਤਾ ਸੀ। ਗੁਲਾਮ ਦੀ ਆਪਣੇ ਪੁੱਤਰ ਤੋਂ ਵੀ ਜ਼ਿਆਦਾ ਮਹੱਤਤਾ ਸੀ। ਗੁਲਾਮ ਉਦੋਂ ਵੇਚੇ ਜਾਂਦੇ ਸੀ, ਖਰੀਦੇ ਜਾਂਦੇ ਸੀ। ਠੀਕ ਹੈ, ਤੇ ਗੁਲਾਮ ਤੇ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਸੀ ਆਪਣੇ ਪੁੱਤਰ ਨਾਲ ਵੀ। ਪੁੱਤਰ ਤਾਂ ਫਿਰ ਵੀ ਆਪਣੇ ਸੱਤਾ ਦੇ ਮੋਹ 'ਚ ਆ ਕੇ ਆਪਣੇ ਪਿਤਾ ਦਾ ਕਤਲ ਵੀ ਕਰ ਸਕਦਾ, ਬਟ ਗੁਲਾਮ ਨਹੀਂ ਕਰ ਸਕਦਾ ਸੀ। ਇਹ ਮੰਨਿਆ ਜਾਂਦਾ ਸੀ ਕਿ ਗੁਲਾਮ ਬਹੁਤ ਹੀ ਜ਼ਿਆਦਾ ਵਫਾਦਾਰ ਹੁੰਦਾ ਸੀ। ਤੁਸੀਂ ਅਲਾਉਦੀਨ ਖਿਲਜੀ ਬਾਰੇ ਆਪਾਂ ਜਦੋਂ ਪੜ੍ਹਾਂਗੇ, ਕਿਵੇਂ ਆਪਣੇ ਚਾਚਾ ਦਾ ਕਤਲ ਹੀ ਕਰ ਦਿੰਦਾ ਹੈ ਜਲਾਉਦੀਨ ਖਿਲਜੀ ਦਾ, ਠੀਕ ਹੈ, ਤੇ ਸੱਤਾ ਪਾ ਲੈਂਦਾ ਹੈ। ਬਟ ਗੁਲਾਮ ਬਹੁਤ ਵਫਾਦਾਰ ਸੀ। ਗੁਲਾਮ ਬਹੁਤ ਵਫਾਦਾਰ ਮੰਨੇ ਗਏ ਨੇ ਮੈਡੀਵਲ ਹਿਸਟਰੀ 'ਚ ਖਾਸ ਕਰਕੇ। ਅਲਤੂਨੀਆ ਬਠਿੰਡੇ ਦਾ ਗਵਰਨਰ ਸੀ, ਸੂਬੇਦਾਰ। ਮੈਰਿਡ ਕਰਦਾ, ਉਸ ਤੋਂ ਬਾਅਦ ਉਹ ਜਲੀਲ ਹੋ ਕੇ ਵਾਪਸ ਜਦੋਂ ਆਉਂਦਾ ਤੇ ਇਹਨਾਂ ਨਾਲ ਵਿਆਹ ਕਰਵਾਉਂਦਾ, ਤੇ ਉਸ ਤੋਂ ਬਾਅਦ 'ਚੋਂ ਕੈਥਲ 'ਤੇ, ਠੀਕ ਹੈ, ਕੈਥਲ 'ਚ ਤੁਸੀਂ ਟਿਕ ਕਰਨਾ ਜਦੋਂ ਪਤਾ ਆਏ ਨਾ ਵੇਅਰ ਡਿਡ ਰਜ਼ੀਆ ਸੁਲਤਾਨਾ ਡਾਈ, ਤੇ ਕੈਥਲ ਹਰਿਆਣੇ 'ਚ ਪਲੇਸ ਹੈ। ਹੁਣ ਦੇਖਿਆ ਜਾਏ ਤਾਂ ਜਿਹੜੀ ਰਜ਼ੀਆ ਸੁਲਤਾਨਾ ਸੀ ਇਹ ਅਸਫਲ ਰਹੀ। ਅਸਫਲ ਕਿਉਂ ਰਹੀ? ਅਸਫਲਤਾ ਦਾ ਇਹਦਾ ਕਾਰਨ ਕੀ ਸੀ? ਮਤਲਬ ਅਨਸਕਸੈਸਫੁਲ ਇਹਦਾ ਕਾਰਨ ਕੀ ਰਿਹਾ ਹੋਏਗਾ? ਇਹਦਾ ਕਾਰਨ ਇਹੀ ਸੀ ਕਿ ਇੱਕ ਲੇਡੀ ਸੀ, ਠੀਕ ਹੈ, ਕਿਉਂਕਿ ਇੱਕ ਲੇਡੀ ਰੂਲਰ ਉੱਤੋਂ ਮੋਰਓਵਰ ਇਹਦੇ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਸੰਭਾਲਣ ਤਰੀਕਾ ਸੀ, ਇਹ ਉੱਥੇ ਮਰਦਾਂ ਦੀ ਪੋਸ਼ਾਕ ਚਾਹੁੰਦੀ ਸੀ। ਉਸ ਤੋਂ ਮੋਰਓਵਰ ਇਹ ਘੋੜੇ 'ਤੇ ਬਹਿ ਕੇ ਜਿਹੜਾ ਕਿ ਇਹਨੂੰ ਯਕੂਤ ਖਾਨ ਲਾਉਂਦਾ ਸੀ, ਹੈ ਨਾ, ਕੰਧੇ ਦੇ ਪੈਰ ਰੱਖ ਕੇ ਇਹਦੇ, ਤੇ ਉਹ ਸਾਰਾ ਪਰਦਾ ਨਹੀਂ ਪਹਿਨਣਾ ਜੋ ਕਿ ਇਸਲਾਮ ਦੇ ਅਗੇਂਸਟ ਸੀ। ਇਹ ਬੀਇੰਗ ਅ ਲੇਡੀ ਇਸ ਕਰਕੇ ਅਸਫਲ ਰਹੀ, ਠੀਕ ਹੈ, ਕਿਉਂਕਿ ਇਸਲਾਮ ਧਰਮ ਦੇ ਅਗੇਂਸਟ ਹੋ ਗਿਆ ਸੀ। ਤੇ 40 ਤੋਂ ਜਿਹੜੇ ਸੀ ਟਰਕਿਸ਼ ਨੋਬਲਸ ਇਹਦੀ ਰਿਸਪੈਕਟ ਨਹੀਂ ਕਰ ਪਾਏ ਚੰਗੀ ਤਰ੍ਹਾਂ, ਜੋ ਇੱਕ ਸੁਲਤਾਨ ਨੂੰ ਮਿਲਣੀ ਚਾਹੀਦੀ, ਜੋ ਇੱਕ ਸੁਲਤਾਨ ਡਿਜ਼ਰਵ ਕਰਦਾ ਹੈ। ਇਸ ਕਰਕੇ ਅਨਸਕਸੈਸਫੁਲ ਮੰਨੀ ਗਈ ਹੈ ਰਜ਼ੀਆ ਸੁਲਤਾਨਾ। ਇਹਦੀ ਮਾਂ ਦਾ ਨਾਮ ਕੁਤੁਬ ਬੇਗਮ ਸੀ। ਬਾਰਾਂ ਸੌ ਪੰਜ ਪੈਦਾ ਹੁੰਦੀ ਹੈ। ਮਦਰ ਦਾ ਨੇਮ ਇਹਦੀ ਕੁਤੁਬ ਬੇਗਮ। ਠੀਕ ਹੈ, ਇਹ ਏਬਕ ਦੀ ਬੇਟੀ ਸੀ ਤੇ ਇਲਤੁਤਮਿਸ਼ ਦੀ ਵਨ ਆਫ ਵਾਈਫ ਸੀ। ਇਲਤੁਤਮਿਸ਼ ਦੀ ਵਨ ਆਫ ਵਾਈਫ ਸੀ, ਠੀਕ ਹੈ। ਉਸ ਤੋਂ ਬਾਅਦ 'ਚੋਂ ਆਪਾਂ ਨੈਕਸਟ ਗੱਲ ਕਰਾਂਗੇ ਸੁਲਤਾਨ ਦੇ ਬਾਰੇ। ਫਿਰ ਜਦੋਂ ਨੈਕਸਟ ਆਪਾਂ ਗੱਲ ਕਰੀਏ, ਇਸ ਤੋਂ ਬਾਅਦ 'ਚ ਕੌਣ ਆਉਂਦਾ ਹੈ? ਬਹਿਰਾਮ ਸ਼ਾਹ, ਠੀਕ ਹੈ। ਬਹਿਰਾਮ ਸ਼ਾਹ ਇਹ ਪਪੇਟ ਸੀ ਕਿੰਦਾ 40 ਟਰਕਿਸ਼ ਨੋਬਲਸ ਦਾ। ਬਹਿਰਾਮ ਸ਼ਾਹ ਆਉਂਦਾ, ਫਿਰ ਆਉਂਦਾ ਅਲਾਉਦੀਨ ਮਸੂਦ ਸ਼ਾਹ, ਇਹ ਰੂਲ ਕਰਦਾ। ਇਹ ਬਹੁਤ ਹੀ ਦੋਵੇਂ ਨਿਕੰਮੇ ਸੀ, ਠੀਕ ਹੈ। 40 ਟਰਕਿਸ਼ ਨੋਬਲਸ ਨੇ ਇਹਨਾਂ ਨੂੰ ਪੂਰੇ ਆਪਦੇ ਅੰਡਰ ਕੀਤਾ ਹੋਇਆ ਸੀ। ਈਵਨ ਕਿ ਇਹਨਾਂ ਨੂੰ ਬਾਹਰ ਜਾਣ ਦੀ ਵੀ ਪਰਮਿਸ਼ਨ ਨਹੀਂ ਹੁੰਦੀ ਸੀ। ਮੰਨਿਆ ਗਿਆ ਕੁਛ ਹਿਸਟੋਰੀਅਨਸ ਐਵੇਂ ਕਹਿੰਦੇ ਨੇ ਇਹਨਾਂ ਨੂੰ ਬਾਹਰ ਜਾਣ ਦੀ ਵੀ ਪਰਮਿਸ਼ਨ ਨਹੀਂ ਹੁੰਦੀ ਸੀ, ਠੀਕ ਹੈ। ਤੇ ਉਸ ਤੋਂ ਬਾਅਦ 'ਚੋਂ ਆਪਾਂ ਗੱਲ ਕਰੀਏ ਤੇ ਕਿਉਂਕਿ 40 ਟਰਕਿਸ਼ ਨੋਬਲਸ ਨੂੰ ਵੀ ਡਰ ਰਹਿੰਦਾ ਸੀ ਕਿ ਅਗਰ ਇਹ ਬਾਹਰ ਜਾਣਗੇ ਤੇ ਕੁਛ ਇਹ ਮਤਲਬ ਕਿਸੇ ਕੋ ਸੁਣਨਗੇ ਕਿ ਸਾਡੇ ਅਗੇਂਸਟ ਨਾ ਕਦਮ ਕੋਈ ਚੱਕ ਲੈਣ, 40 ਟਰਕਿਸ਼ ਨੋਬਲਸ ਦੇ ਅਗੇਂਸਟ ਨੇ ਕੋਈ ਕਦਮ ਚੱਕ ਲੈਣ, ਠੀਕ ਹੈ। ਫਿਰ ਆਉਂਦਾ ਨੈਕਸਟ ਨਸੀਰੁਦੀਨ ਮਸੂਦ ਸ਼ਾਹ।
ਕਿਤੇ ਕਿਤੇ 1246 ਤੋਂ ਲੈ ਕੇ 1265 ਤੱਕ ਹੈ, ਕਿਤੇ 66 ਤੱਕ ਹੈ। ਇਹਦੇ ਬਾਰੇ ਥੋੜਾ ਮੈਂ ਦੱਸ ਦਿੰਦਾ। ਇਹ ਬਹੁਤ ਹੀ ਧਾਰਮਿਕ ਪ੍ਰਵਿਰਤੀ ਦਾ ਬੰਦਾ ਸੀ, ਮਤਲਬ ਇਹਨੂੰ ਸੱਤਾ ਦਾ ਘੱਟ ਮੋਹ ਸੀ, ਠੀਕ ਹੈ। ਇਹਨੂੰ ਧਾਰਮਿਕ ਬੰਦਾ ਸੀ। ਈਵਨ ਕੀ ਮੰਨਿਆ ਜਾਂਦਾ ਹੈ ਕਿ ਇਹ ਆਪਣੇ ਜਿਵੇਂ ਜਿਹੜੇ ਟੋਪੀਆਂ ਵੇਚ ਕਰ ਆਪਣੀ ਕਮਾਈ ਦਾ ਸਾਧਨ ਤਿਆਰ ਕਰਦਾ ਸੀ, ਤੇ ਕੁਰਾਨ ਦੀ ਪੁਰੀਤੀਆਂ ਵੇਚ ਕਰ ਕਮਾਈ ਦਾ ਸਾਧਨ ਤਿਆਰ ਕਰਦਾ ਸੀ। ਇਹਦੇ ਅਕੋਰਡਿੰਗ ਇਹ ਸੀ ਆਮ ਜਨਤਾ ਦਾ ਪੈਸਾ ਆਮ ਜਨਤਾ 'ਚ ਲੱਗਣਾ ਚਾਹੀਦਾ ਹੈ, ਕੋਈ ਵੀ ਕਰਪਸ਼ਨ ਨਹੀਂ ਹੋਣੀ ਚਾਹੀਦੀ, ਠੀਕ ਹੈ। ਹਿਸਟੋਰੀਅਨਸ ਨੇ ਮੈਂਸ਼ਨ ਇਹਨੂੰ ਐ ਕੀਤਾ ਨਸਰੁਦੀਨ ਮਸੂਦ ਸ਼ਾਹ ਨੂੰ। ਹੁਣ ਪਤਾ ਕੀ ਹੁੰਦਾ 1253 ਤੱਕ ਕੋਈ ਵੀ षड्यंत्र ਪਾਸ ਮਤਲਬ ਕੋਈ ਵੀ षड्यंत्र ਜਿਹੜੇ 40 ਟਰਕਿਸ਼ ਨੋਬਲਸ ਇਹਦੇ ਅਗੇਂਸਟ ਰੱਖਦੇ ਨੇ ਉਹ ਮਤਲਬ ਸਕਸੈਸਫੁਲ ਨਹੀਂ ਹੋ ਪਾਉਂਦਾ। ਕਿਉਂਕਿ ਰੇਹਾਨ ਜੋ ਕਿ ਇੱਕ ਵਜ਼ੀਰ ਹੁੰਦਾ ਇਹਦਾ, ਉਹ ਉਸ ਤੱਕ ਬੈਠਾ ਹੁੰਦਾ, ਉਹ ਜਦੋਂ ਉਹਨੂੰ ਹਟਾ ਦਿੰਦਾ ਕੌਣ, ਬਲਬਨ ਇੱਕ ਵਨ ਆਫ ਦਾ 40 ਟਰਕਿਸ਼ ਨੋਬਲ ਸੀ ਉਸ ਟਾਈਮ ਨਸਰੁਦੀਨ ਮਸੂਦ ਸ਼ਾਹ ਦੇ ਟਾਈਮ ਤੇ। रेहान ये वज़ीर सी कितने टाइम ते नसीरुद्दीन मसूद शाह के टाइम ते। मैं NMS लिख रहा शॉर्ट फॉर्म च। नसीरुद्दीन मसूद शाह के टाइम च रेहान वज़ीर सी। 1253 च इनू हटा दिंदा कौन, बलबन। ये वन ऑफ 40 टर्किश नॉवल से उस टाइम। ਤੇ ਪੋਸਟ ਕਿਹੜੀ ਤੇ ਕੰਮ ਕਰਦਾ ਸੀ, ਨਾਇਬੇ ਮਮਾਲਿਕ, ਠੀਕ ਹੈ। ਜਦੋਂ ਇਹਨੂੰ ਪੋਸਟ ਹੁੰਦਾ रेहान ਨੂੰ ਤੇ ਫਿਰ ਇਹ ਖੁਦ ਇਸ ਪੋਸਟ ਤੇ ਆ ਜਾਂਦਾ ਕੌਣ, ਬਲਬਨ, ਵਜ਼ੀਰ ਦੀ ਪੋਸਟ ਤੇ ਆ ਜਾਂਦਾ। ਹੁਣ ਬਲਬਨ ने नसीरुद्दीन मसूद शाह के टाइम ते अपनी पावर ਨੂੰ बहुत ਵਧਾਇਆ, ठीक है। इन्हें सुल्तान की उपाधि लैनी सी, एक्चुअली इन्हें खुद सुल्तान बनना सी बलबन ने। तो इन्हें की किया, ईवन कि भी कहते मन्या जाता है कि इन्हें बलबन ने अपनी लड़की की शादी किहदे नाल कराई सी, नसीरुद्दीन मसूद शाह नाल, ते ताकि इनके होर करीब जा सके, ठीक है। बट ये भी है कि उस तो बाद इनके करीब आने तो बाद ये कुछ स्टूडेंट्स ये कहते हैं कि इनकी हत्या करवा देना कौन, बलबन, नसीरुद्दीन मसूद शाह दे जहर पानी जहर पा के, ठीक है। उस तो बाद कुछ ये भी कहते कि उनकी मतलब अचानक डैथ हो जाती किंदी, नसीरुद्दीन मसूद शाह की। तो फिर कौन किंदा राज शुरू होंदा, गियासुद्दीन बलबन का। हुण आपां नैक्सट गल करांगे बलबन के बारे। रज़िया सुल्ताना बारे तुहानूं क्लीयर है, तो नहीं तो वीडियो बैक करके देख लेना चंगी तरह। फर्स्ट लेडी मुस्लिम रूलर रज़िया सुल्ताना। तुहानूं मैं थोड़ा रिवाइज करवा देना रज़िया सुल्ताना बारे। ये अपनी फर्स्ट मुस्लिम रूलर सी, ठीक है, लेडी मुस्लिम सी रूलर ऑफ द इंडिया, ठीक है। तो उस तो बाद इन्हें रज़िया सुल्ताना के षड्यंत्र रचे गए सी किंदे द्वारा, 40 टर्किश नोबल के द्वारा। इन्हें पहले षड्यंत्र जोड़ा सी यकूत खान उन्होंने अगेंस्ट, यकूत खान अपने अफवाह आती थी कि दोनों का फेयर है, बट वो सक्सैसफुल नहीं रहा। फिर उस तो बाद इन्हें लतूनिया जो कि बठिंडे का गवर्नर से उन्होंने बुलाते हैं। उस तो बाद लतूनिया उनके रिवोल्ट कर देंगे किंदे अगेंस्ट, रज़िया सुल्ताना के अगेंस्ट। तो फिर रज़िया सुल्ताना जेल च कैद कर लेंगे। उस तो बाद जो जाता है दिल्ली लतूनिया, तो उन्होंने रिस्पैक्ट नहीं मिलती। जो रिस्पैक्ट नहीं मिलती तो वापस आता है, वापस आके मैरिज कर लेंदा कि रज़िया सुल्ताना नाल। तो रज़िया सुल्ताना नूं उस तो बाद ये दिल्ली सल्तनत वाल जो चढ़ाई करते हैं, चढ़ाई करते टाइम इन्होंने अटैक करते हैं कि आउटस्कर्ट्स के दिल्ली ते सेना चढ़ा देंगे ने। पहले कौन अपने 40 टर्किश नोबल की सेना आ जाती है उत्थे, बहराम शाह की। तो उस तो बाद हार जाती बुरी तरह किंदी सेना, अल्तूनिया की। उस तो बाद जंगलों इन्होंने मार देंगे ने कौन, जानवर, या सेना की टुकड़ी मार देती है किंदी, बहराम शाह की। उस तो बाद आप गल की अलाउद्दीन मसूद शाह की ते नसीरुद्दीन मसूद शाह की। तो ये दोवां नूं
ਜਿਹੜਾ ਬਹਿਰਾਮ ਸ਼ਾਹ ਦੀ ਤੇ ਅਲਾਉਦੀਨ ਮਸੂਦ ਸ਼ਾਹ ਦੀ। ਅਲਾਉਦੀਨ ਜਿਹੜਾ ਬਹਿਰਾਮ ਸ਼ਾਹ ਸੀ ਉਹ ਕਾਈਂਡ ਆਫ ਪਪੇਟ ਸੀ ਉਹ, ਤੇ ਅਲਾਉਦੀਨ ਮਸੂਦ ਸ਼ਾਹ ਵੀ ਕਾਈਂਡ ਆਫ ਪਪੇਟ ਹੀ ਸੀ। ਇਹ ਤਾਂ ਇਹਨਾਂ ਨੂੰ ਬਾਹਰ ਜਾਣ ਦੀ ਵੀ ਇਨਕੀ ਪਰਮਿਸ਼ਨ ਨਹੀਂ ਹੁੰਦੀ ਸੀ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਨਸੀਰੁਦੀਨ ਮਸੂਦ ਸ਼ਾਹ ਦੀ। ਨਸੀਰੁਦੀਨ ਮਸੂਦ ਸ਼ਾਹ ਨੇ ਇੱਕ ਧਾਰਮਿਕ ਪ੍ਰਵਿਰਤੀ ਦਾ ਬੰਦਾ ਸੀ ਤੇ ਉਹ ਆਪਣੀ ਕੁਰਾਨ ਦੀ ਪ੍ਰਵਿਰਤੀਆਂ ਵੇਚ ਕੇ ਆਪਣੀ ਕਮਾਈ ਦਾ ਸਾਧਨ ਗੁਜ਼ਾਰਾ ਕਰਦਾ ਸੀ ਤੇ ਟੋਪੀਆਂ ਵੇਚ ਕਰ, ਠੀਕ ਹੈ, ਜਿਹੜੇ ਉਹ ਮੁਸਲਮਾਨ ਪਹਿਨਦੇ ਨੇ, ਠੀਕ ਹੈ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਗਿਆਸੁਦੀਨ ਬਲਬਨ ਬਾਰੇ। ਇਨ ਦਾ ਰੂਲਿੰਗ ਪੀਰੀਅਡ ਕੀ ਹੈ? 1266 ਤੋਂ ਲੈ ਕੇ 1287, ਠੀਕ ਹੈ। ਇਹਦਾ ਰੀਅਲ ਨੇਮ ਕੀ ਹੈ? ਇਹਦਾ ਰੀਅਲ ਨੇਮ ਹੈ ਬਹਾਉਦੀਨ। ਐਕਚੁਅਲੀ ਤੁਹਾਨੂੰ ਮੈਂ ਦੱਸਿਆ ਸੀ ਜਿਵੇਂ ਏਬਕ ਦਾ ਗੁਲਾਮ ਕੌਣ ਸੀ? ਇਲਤੁਤਮਿਸ਼ ਦਾ ਗੁਲਾਮ ਕੌਣ ਸੀ? ਗਿਆਸੁਦੀਨ ਬਲਬਨ, ਠੀਕ ਹੈ। ਇਲਤੁਤਮਿਸ਼ ਨੇ ਇਹਨੂੰ ਘੁੜਸਵਾਰੀ ਤੀਰਅੰਦਾਜ਼ੀ ਦੇ ਪੈਂਤਰੇ ਸਿਖਾਏ ਸੀ, ਕਿਹਨੂੰ? ਗਿਆਸੁਦੀਨ ਬਲਬਨ ਨੂੰ। ਉਸ ਤੋਂ ਬਾਅਦ ਜਦੋਂ ਨਸੀਰੁਦੀਨ ਮਸੂਦ ਸ਼ਾਹ ਦਾ ਟਾਈਮ ਸੀ ਇਹਨੂੰ ਹਾਇਰ ਪੋਸਟ ਤੇ ਅਪਾਇੰਟ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ ਜਦੋਂ ਵੀ ਕੋਈ ਅਟੈਕ ਹੁੰਦਾ ਸੀ ਤੇ ਇਹੀ ਜਾ ਕੇ ਠੱਲ ਪਾਉਂਦਾ ਸੀ ਕਿਹਨੂੰ? ਔਰ ਅਟੈਕਸ ਨੂੰ ਜੋ ਵੀ ਹੁੰਦੇ ਸੀ, ਠੀਕ ਹੈ। ਇਹਨੂੰ ਉਸ ਟਾਈਮ ਸਮਾਨਾ ਦਾ ਈਵਨ ਕਿ ਗਵਰਨਰ ਵੀ ਬਣਾ ਦਿੱਤਾ ਜਾਂਦਾ ਹੈ ਸਮਾਨਾ ਦਾ, ਠੀਕ ਹੈ, ਗਿਆਸੁਦੀਨ ਬਲਬਨ ਨੂੰ। ਇਹਦੇ ਟਾਈਮ ਤੇ ਮੰਗੋਲ ਅਟੈਕਸ ਬਹੁਤ ਹੋਏ ਸੀ। ਮੰਗੋਲ ਦੇ ਅਟੈਕਸ ਕਿੱਥੋਂ ਹੁੰਦੇ ਸੀ? ਨਾਰਥ ਵੈਸਟ ਫਰੰਟੀਅਰ ਸਾਈਡ ਤੋਂ। ਕਿੱਥੋਂ ਤੁਹਾਨੂੰ ਦੱਸਿਆ ਸੀ ਨਾ, ਨਾਰਥ ਵੈਸਟ ਮਤਲਬ ਦਿੱਲੀ ਪੰਜਾਬ ਵਾਲਾ ਪਾਸਾ ਸੀ ਜਿਹੜਾ, ਉੱਥੋਂ ਹਿੰਦੂ ਕੁਸ਼ ਮਾਊਂਟੇਨ ਤੋਂ ਉਹ ਹੁੰਦੇ ਸੀ ਮੰਗੋਲ ਅਟੈਕ ਕਰਦੇ ਸੀ। ਤੇ ਇਹਨੇ ਇੱਕ ਐਕਚੁਅਲੀ ਹੁੰਦਾ ਕੀ ਸੀ, 221 BC 'ਚ ਚਾਈਨਾ ਦੀ ਵਾਲ ਬਣੀ ਸੀ। ਚਾਈਨਾ ਦੀ ਵਾਲ ਜਿਹੜੀ 6000 ਕਿਲੋਮੀਟਰ ਲੰਬੀ ਹੈ। ਹੁਣ ਉਹ ਵਾਲ ਬਣਾ ਕੇ ਤਾਂ ਕਿ ਜਿਹੜੇ ਫੋਰਨ ਅਟੈਕਸ ਉਹ ਉਹਨਾਂ 'ਤੇ ਠੱਲ ਪਾ ਸਕਣ ਚਾਈਨੀਜ਼, ਠੀਕ ਹੈ। ਇਹਨੇ ਉਹਨੂੰ ਫੋਲੋ ਕਰਦੇ ਹੋਏ ਕਿਲਿਆਂ ਦਾ ਨਿਰਮਾਣ ਸ਼ੁਰੂ ਕਰਤਾ। ਕਿੱਥੇ? ਨਾਰਥ ਵੈਸਟ ਫਰੰਟੀਅਰ ਸਾਈਡ ਤੇ ਗਿਆਸੁਦੀਨ ਬਲਬਨ ਨੇ। ਇਹਨੇ ਨਾਰਥ ਵੈਸਟ ਫਰੰਟੀਅਰ ਤੇ ਕਿਲਿਆਂ ਦਾ ਨਿਰਮਾਣ ਸ਼ੁਰੂ ਕਰਤਾ, ਵੱਡੇ ਵੱਡੇ ਕਿਲੇ। ਜਿੱਦਾਂ ਚਾਈਨੀਜ਼ ਵਾਲ ਬਣੀ ਹੋਈ ਨਾ 221 BC 'ਚ ਬਣ ਗਈ ਸੀ ਨਾ, ਜਿਵੇਂ 6000 ਕਿਲੋਮੀਟਰ ਲੰਬੀ ਹੈ, ਉਸੇ ਤਰ੍ਹਾਂ ਇਹਨੇ ਨਾਰਥ ਵੈਸਟ ਫਰੰਟੀਅਰ 'ਚ ਦਿੱਲੀ ਪੰਜਾਬ ਸਾਰੀ ਸਾਈਡ ਤੇ ਵੱਡੇ ਵੱਡੇ ਕਿਲੇ ਬਣਾਉਣੇ ਸ਼ੁਰੂ ਕਰਤੇ, ਪੰਜਾਬ ਸਿੰਧ ਵਾਲੀ ਸਾਈਡ ਤੇ, ਠੀਕ ਹੈ, ਤਾਂ ਕਿ ਉੱਥੇ ਅਟੈਕ ਕਰਨਾ ਜਿਹੜੇ ਫੋਰਨ ਜਿੰਨੇ ਵੀ ਮੰਗੋਲ ਅਟੈਕਸ ਹੁੰਦੇ ਨੇ, ਕੋਈ ਵੀ ਫੋਰਨ ਅਟੈਕ ਕਰਦਾ ਹੈ ਸੈਂਟਰਲ ਏਸ਼ੀਆ ਵਾਲੀ ਸਾਈਡ ਤੋਂ, ਤੇ ਉਹਨਾਂ ਨੂੰ ਰੋਕ ਸਕੇ। ਕੌਣ? ਬਲਬਨ, ਠੀਕ ਹੈ। ਬਹੁਤ ਹੀ ਇੱਕ ਸਟ੍ਰਿਕਟ ਬੰਦਾ ਸੀ ਇਹ, ਬਹੁਤ ਹੀ ਮਤਲਬ ਕਿਹਨੂੰ ਕਹਿ ਸਕਦੇ, ਬਹੁਤ ਹੀ ਕੱਟੜ ਸੀ ਐਕਚੁਅਲੀ, ਸਟ੍ਰਿਕਟ ਤੇ ਕੱਟੜ ਦੋਵੇਂ ਸੀ। ਹੁਣ ਨਾਰਥ ਵੈਸਟ ਫਰੰਟੀਅਰ ਤੋਂ ਜਿੰਨੇ ਵੀ ਅਟੈਕਸ ਹੁੰਦੇ ਸੀ ਉਹਨਾਂ ਨੂੰ ਰੋਕਣ ਲਈ ਇਹਨੇ ਵੱਡੇ ਵੱਡੇ ਕਿਲੇ ਬਣਾਉਣੇ ਸ਼ੁਰੂ ਕਰਤੇ। ਕਿੰਨੇ? ਬਲਬਨ ਨੇ, ਠੀਕ ਹੈ। ਹੋਇਆ ਕੀ ਸੀ, ਇਹਦੇ ਦੌਰਾਨ ਇੱਕ ਹੋਰ ਮੰਗੋਲ ਅਟੈਕ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਮੰਗੋਲ ਅਟੈਕ ਤੁਹਾਨੂੰ ਦੱਸਿਆ ਸੀ ਚੰਗੇਜ਼ ਖਾਨ ਨੇ ਕੀਤਾ ਸੀ 1221 ਈਡੀ 'ਚ ਇਲਤੁਤਮਿਸ਼ ਦੇ ਟਾਈਮ ਤੇ, ਜਿਹਦਾ ਰੀਅਲ ਨੇਮ ਕੀ ਸੀ? ਤਿਮੁਜ਼ਿਨ ਸੀ, ਠੀਕ ਹੈ। ਹੁਣ ਐਵੇਂ ਸੇਮ ਅਟੈਕ ਕੌਣ ਕਰਦਾ ਹੈ? ਇਹਦੇ ਟਾਈਮ ਤੇ ਫਿਰ ਬਲਬਨ ਦੇ ਟਾਈਮ ਤੇ ਅਟੈਕ ਹੁੰਦਾ ਹੈ ਤੇ ਮੰਗੋਲ ਅਟੈਕਸ ਕਰਦੇ ਨੇ, ਠੀਕ ਹੈ। ਤੇ ਇਹਦੇ 'ਚ ਨਾ ਇਹਦਾ ਇੱਕ ਐਲਡਰ ਸਨ ਸੀ ਜਦੋਂ ਮਹਿਮੂਦ ਸ਼ਾਹ, ਜਿਹਦਾ ਨਾਮ ਸੀ ਮਹਿਮੂਦ ਸ਼ਾਹ। ਮਹਿਮੂਦ ਸ਼ਾਹ ਰੋਕਣ ਜਾਂਦਾ ਮੰਗੋਲ ਅਟੈਕਸ ਨੂੰ ਤੇ ਉਹਦੇ 'ਚ ਉਹਦੀ ਡੈਥ ਹੋ ਜਾਂਦੀ ਹੈ। ਤੇ ਇਹਦੀ ਡੈਥ ਦਾ ਇਹਨੂੰ ਬਹੁਤ ਜ਼ਿਆਦਾ ਧੱਕਾ ਪਹੁੰਚਦਾ ਕਿਹਨੂੰ? ਬਲਬਨ ਨੂੰ। ਬਟ ਇਹ ਜ਼ਾਹਿਰ ਨਹੀਂ ਕਰਦਾ, ਮਤਲਬ ਇਹ ਸ਼ੋਅ ਨਹੀਂ ਕਰਦਾ ਕਿ ਇਹਨੂੰ ਬਹੁਤ ਜ਼ਿਆਦਾ ਧੱਕਾ ਪਹੁੰਚਿਆ, ਠੀਕ ਹੈ। ਤੇ ਇਹ ਇਕਾਂਤ 'ਚ ਰਹਿਣਾ ਸ਼ੁਰੂ ਕਰ ਦਿੰਦਾ ਹੈ, ਆਪਣੇ ਦਰਬਾਰੀਆਂ ਨੂੰ ਵੀ ਨਹੀਂ ਮਿਲਦਾ, ਆਪਣੇ ਜਿੰਨਾ ਵੀ ਹੋ ਸਕੇ ਆਪਣਾ ਟਾਈਮ ਇਕਾਂਤ 'ਚ ਬਿਤਾਉਣਾ ਸ਼ੁਰੂ ਕਰ ਦਿੰਦਾ, ਠੀਕ ਹੈ। ਇਸ ਤਰ੍ਹਾਂ ਇਹਨੇ ਅਲੱਗ ਹੀ ਮਤਲਬ ਰੂਲ ਕਰਨ ਦੀ ਰਣਨੀਤੀ ਲੱਭ ਲਈ ਸੀ। ਉਹ ਰਣਨੀਤੀ ਕੀ ਸੀ? ਡਿਵਾਈਨ ਥਿਊਰੀ ਆਫ ਕਿੰਗਸ਼ਿਪ।
ਇੱਕ ਇਹਨੇ ਡਿਵਾਈਨ ਥਿਊਰੀ ਆਫ ਕਿੰਗਸ਼ਿਪ ਸ਼ੁਰੂ ਕਰਤੀ ਸੀ, ਜਿਹਦੇ ਵਿੱਚ ਇਹਨੇ ਆਪਦੇ ਆਪ ਨੂੰ ਅੱਲਾ ਦੀ ਛਾਇਆ ਦੱਸਿਆ ਸੀ। ਠੀਕ ਹੈ, ਮੈਂ ਅੱਲਾ ਦੀ ਛਾਇਆ ਤੇ ਮੈਂ ਕੈਲਿਫ ਜਿਹੜੇ ਹੁੰਦੇ ਸੀ ਪ੍ਰੋਫੈਟ ਮੁਹੰਮਦ ਦੇ, ਉਹਨਾਂ ਦਾ ਨੈਕਸਟ ਉੱਤਰ ਦਿਖਾਣੀ ਮੈਂ ਵਾਂ ਗਿਆਸੁਦੀਨ ਬਲਬਨ। ਠੀਕ ਹੈ, ਇੱਕ ਤਾਂ ਇਹ ਆਪਦੇ ਆਪ ਨੂੰ ਜਤਾਉਂਦਾ ਸੀ ਕਿ ਮੈਂ ਇੱਕ ਹਾਈ ਕਾਸਟ ਦਾ, ਠੀਕ ਹੈ, ਇੱਕ ਆਪਦੇ ਆਪ ਨੂੰ ਕੀ ਕਹਿੰਦਾ ਸੀ ਹਾਈ ਕਾਸਟ ਦਾ, ਤੇ ਇਹ ਜਿਹੜੇ ਲੋ ਕਾਸਟ ਪੀਪਲ ਹੁੰਦੇ ਸੀ ਉਹਨਾਂ ਨੂੰ ਪਸੰਦ ਨਹੀਂ ਕਰਦਾ ਸੀ। ਠੀਕ ਹੈ, ਇਹ ਆਪਦੇ ਆਪ ਨੂੰ ਅਫਰ ਸਾਹਿਬ ਵੰਸ਼ ਦਾ ਦੱਸਦਾ ਸੀ। ਠੀਕ ਹੈ, ਬਹੁਤ ਹੀ ਹਾਈ ਕਾਸਟ ਦਾ ਆਪਦੇ ਆਪ ਨੂੰ ਦੱਸਦਾ ਸੀ, ਤੇ ਇਹ ਲੋ ਕਾਸਟ ਨੂੰ ਨਹੀਂ ਮਤਲਬ ਵਧੀਆ ਸਮਝਦਾ ਸੀ, ਆਪਦੇ ਆਪ ਨੂੰ ਉੱਚ ਖਾਨਦਾਨ ਦਾ ਸਮਝਦਾ ਸੀ। ਕੌਣ? ਗਿਆਸੁਦੀਨ ਬਲਬਨ। ਠੀਕ ਹੈ, ਮੰਨਿਆ ਜਾਂਦਾ ਹੈ ਇੱਕ ਵਾਰੀ ਇੱਕ ਦਿੱਲੀ ਦਾ ਬਨੀਆ ਇਹਨੂੰ ਮਿਲਣ ਆਇਆ ਸੀ। ਠੀਕ ਹੈ, ਉਹ ਆਪਣੀ ਸਾਰੀ ਸੰਪत्ति ਵੇਚ ਕੇ ਇਹਨੂੰ ਮਿਲਣ ਆਇਆ ਸੀ। ਹੋਇਆ ਕਿ ਇਹਨੇ ਉਹਨੂੰ ਮਿਲਣ ਤੋਂ ਮਨਾ ਕਰ ਦਿੰਦਾ। ਕੌਣ? ਗਿਆਸੁਦੀਨ ਬਲਬਨ, ਕਿਉਂਕਿ ਉਹ ਬਨੀਆ ਇੱਕ ਲੋ ਕਾਸਟ ਤੋਂ ਬਿਲੋਂਗ ਕਰਦਾ ਸੀ। ਇਸ ਤਰ੍ਹਾਂ ਇਹ ਕਹਿੰਦਾ ਸੀ ਜਦੋਂ ਵੀ ਮੈਂ ਲੋ ਕਾਸਟ ਨੂੰ ਦੇਖਦਾ ਸੀ ਇਹਦੇ ਹੱਥ 'ਚ ਆਟੋਮੈਟਿਕਲੀ ਤਲਵਾਰ ਆ ਜਾਂਦੀ ਸੀ, ਕਿਉਂਕਿ ਇਹ ਲੋ ਕਾਸਟ ਪੀਪਲ ਨੂੰ ਜਮਾਂ ਵੀ ਲਾਈਕ ਨਹੀਂ ਕਰਦਾ ਸੀ, ਕਿਉਂਕਿ ਆਪਦੇ ਆਪ ਨੂੰ ਇਹ ਖੁਦ ਬਿਆਨ ਕਰਦਾ ਸੀ ਮੈਂ ਇੱਕ ਹਾਈ ਕਾਸਟ ਦਾ, ਹਾਲਾਂਕਿ ਹੈਗਾ ਤਾਂ ਖੁਦ ਵੀ ਗੁਲਾਮ ਹੀ ਸੀ, ਇਲਤੁਤਮਿਸ਼ ਨੇ ਖਰੀਦਿਆ ਸੀ, ਬਟ ਜੋ ਕਹਿੰਦਾ ਬੈਕਗਰਾਊਂਡ ਸੀ ਉਹ ਕਹਿੰਦਾ ਮੈਂ ਇੱਕ ਹਾਈ ਕਾਸਟ ਤੋਂ ਬਿਲੋਂਗ ਕਰਦਾ। ਠੀਕ ਹੈ, ਫਿਰ ਇਹਨੇ ਆਪਦੀ ਜਿਹੜੀ ਇਹਦੀ ਪਰਸਨੈਲਿਟੀ ਸੀ ਗਿਆਸੁਦੀਨ ਬਲਬਨ ਦੀ, ਬਹੁਤ ਹੀ ਉੱਚਾ ਲੰਮਾ ਸੀ ਲਾਈਕ। ਠੀਕ ਹੈ, ਉਸ ਤੋਂ ਬਾਅਦ ਚੋਂ ਵੱਡੀਆਂ ਵੱਡੀਆਂ ਅੱਖਾਂ ਸੀ, ਇਹਦੀ ਦਾੜੀ ਘੁਟਨੋਂ ਤੱਕ ਆਉਂਦੀ ਸੀ, ਤੇ ਅੱਖਾਂ ਲੰਬੀਆਂ ਲੰਬੀਆਂ ਸੀ, ਫੇਸ ਵੀ ਬੜਾ ਭਾਰਾ ਸੀ, ਚਿਹਰੇ 'ਤੇ ਬਹੁਤ ਜ਼ਿਆਦਾ ਤੇਜ਼ ਸੀ ਇਹਦੇ। ਠੀਕ ਹੈ, ਤੇ ਈਵਨ ਕਿ ਕੋਈ ਇਹਦੇ 'ਚ ਅੱਖਾਂ ਪਾ ਕੇ ਕੋਈ ਵੀ ਦਰਬਾਰੀ ਵੇਖਣਾ ਇਹਨੂੰ ਵੇਖ ਨਹੀਂ ਸਕਦਾ ਸੀ। ਈਵਨ ਕਿ ਇਹ ਇੰਨਾ ਕੋਈ ਇਕਾਂਤ 'ਚ ਵੀ ਰਹਿੰਦਾ ਸੀ ਕਿ ਇਹਨੂੰ ਇਹ ਵੀ ਵਧੀਆ ਨਹੀਂ ਲੱਗਦਾ ਸੀ ਕੋਈ ਦਰਬਾਰੀ ਇਹਦੇ ਕੋਲ ਆ ਕੇ ਸ਼ਰਾਬ ਪੀਵੇ, ਮਤਲਬ ਇਹ ਦਰਬਾਰੀ ਨਾਲ ਰਹਿਣਾ ਜਾਣਾ ਪਸੰਦ ਜ਼ਿਆਦਾ ਨਹੀਂ ਕਰਦਾ ਸੀ, ਅਤੇ ਦਰਬਾਰੀਆਂ ਨਾਲ ਕੋਈ ਮਿਲਣਾ ਜੁਲਣਾ ਨਾ ਕੁਛ ਵੀ ਨਹੀਂ। ਅਤੇ ਉਸ ਤੋਂ ਬਾਅਦ 'ਚੋਂ ਕੋਈ ਉਹਦੇ ਨਾਲ ਸ਼ਰਾਬ ਨਹੀਂ ਪੀਣੀ ਕਿਸੇ ਨਾਲ ਵੀ, ਅਤੇ ਇਹਨੇ ਇੱਥੇ ਪਰਸ਼ੀਅਨ ਕਸਟਮਸ ਨੂੰ ਅਡੋਪਟ ਕਰਨਾ ਸ਼ੁਰੂ ਕਰਤਾ ਸੀ। ਠੀਕ ਹੈ, ਈਰਾਨ ਵਾਲੇ ਪਾਸੇ ਜੋ ਵੀ ਫਾਰਸੀ ਕਸਟਮਸ ਹੁੰਦੇ ਸੀ, ਪਰਸ਼ੀਅਨ ਕਸਟਮ ਸੀ, ਉਹਨਾਂ ਨੂੰ ਅਡੋਪਟ ਕਰਨਾ ਸ਼ੁਰੂ ਕਰਤਾ। ਜਿੱਦਾਂ ਕਿ ਦਰਬਾਰੀ ਜਦੋਂ ਇਹ ਐਂਟਰ ਕਰਦਾ ਸੀ ਦਰਬਾਰ 'ਚ ਤਾਂ ਸਾਰੇ ਦਰਬਾਰੀ ਖੜੇ ਹੋ ਜਾਂਦੇ ਸੀ। ਠੀਕ ਹੈ, ਇਹਨੇ ਪਰਸ਼ੀਅਨ ਕਸਟਮ ਨੂੰ ਸ਼ੁਰੂ ਕਰਤਾ ਸੀ ਇੱਥੇ। ਠੀਕ ਹੈ, ਉਸ ਤੋਂ ਬਾਅਦ 'ਚੋਂ ਆਪਾਂ ਨੈਕਸਟ ਗੱਲ ਕਰੀਏ, ਇਹਨੇ ਇੱਥੇ ਅਡੋਪਟ ਕੀਤਾ ਸੀ ਸਭ ਤੋਂ ਪਹਿਲੇ ਇਹਨੇ ਸਿਜਦਾ ਅਤੇ ਪਾਈਬੋਸ ਲਿਆਇਆ ਸੀ, ਸਿਜਦਾ ਅਤੇ ਪਾਈਬੋਸ ਸਿਸਟਮ ਲਿਆਇਆ ਸੀ ਇੱਥੇ। ਸਿਜਦਾ ਮਤਲਬ ਕੀ ਹੁੰਦਾ? ਸਰ ਨੂੰ ਘੁਟਨਾ ਤੱਕ ਲੈ ਜਾ ਕੇ ਸੁਲਤਾਨ ਨੂੰ ਸਲਾਮ ਕਰਨਾ ਹੱਥਾਂ ਨਾਲ। ਠੀਕ ਹੈ, ਸਜਦਾ ਕਰਨਾ। ਠੀਕ ਹੈ, ਅਦਾਬ ਕਰਨਾ। ਸਿਜਦਾ ਦਾ ਮਤਲਬ ਇਹ ਸੀ, ਅਤੇ ਪਾਈਬੋਸ ਦਾ ਮਤਲਬ ਕੀ ਸੀ? ਕਿਸ ਦਾ? ਫੀਟ ਆਫ ਸੁਲਤਾਨ। सिजदा मतलब सर ਨੂੰ ਘੁਟਨों तक ले जाकर अपने हैंड नाल सजदा करना, अदाब करना। ठीक है, सिजदा का मतलब ये सी। ठीक है, उस तो बाद चो इन्ने कुछ स्ट्रिक्ट करते सी रूल्स। ठीक है, ਜਿਹੜਾ ਐਕਚੁਅਲੀ ਨੇ ਇੱਕ ਦੋ ਟ੍ਰੇਲਰ ਵੀ ਵਿਖਾਏ ਸੀ, ਜਿਹੜਾ ਨਹੀਂ ਮੰਨਦਾ ਸੀ ਉਹਦਾ ਜਿਹੜਾ ਸਿਰ ਸੀ ਤਰ ਤੋਂ ਲੱਗ ਕਰ ਦਿੰਦਾ ਸੀ, ਤੇ ਦੋ ਤਿੰਨ ਟ੍ਰੇਲਰ ਦੇਖੇ ਜਦੋਂ ਜਨਤਾ ਨੇ, ਤੇ ਉਸ ਤੋਂ ਬਾਅਦ ਚੋਂ ਸਾਰੀ ਜਨਤਾ ਇਹਨੂੰ ਸਿਜਦਾ ਤੇ ਪਾਈਬਸ ਦੋਵੇਂ ਚੀਜ਼ਾਂ ਕਰਦੀ ਸੀ। ਠੀਕ ਹੈ, ਸਾਰੇ ਦਰਬਾਰੀ ਵੀ ਇਵਨ ਕੀ ਕਰਦੇ ਸੀ ਉਸ ਟਾਈਮ ਤੇ। ਹੁਣ ਆਪਾਂ ਨੈਕਸਟ ਗੱਲ ਕਰੀਏ ਕਿ ਇਹਨੇ ਐਕਚੁਅਲੀ ਰੂਲਸ ਹੀ ਬਹੁਤ ਸਟ੍ਰਿਕਟ ਬਣਾਏ ਹੋਏ ਸੀ, ਇਹਦੀ ਸਜ਼ਾਵਾਂ ਵੀ ਬਹੁਤ ਸਟ੍ਰਿਕਟ ਹੁੰਦੀਆਂ ਸੀ, ਜੋ ਵੀ ਪਨਿਸ਼ਮੈਂਟ ਦਿੰਦਾ ਸੀ ਬਹੁਤ ਸਟ੍ਰਿਕਟ ਹੁੰਦਾ ਸੀ। ਇਹਨੇ ਖੁਦ ਨੂੰ ਸ਼ੈਡੋ ਆਫ ਗੋਡ ਕਿਹਾ, ਤੁਹਾਨੂੰ ਮੈਂ ਦੱਸਿਆ ਨਾ ਅੱਲਾ ਦੇ ਜਿੱਦਾਂ ਕਿ ਇਹ ਖੁਦ ਨੂੰ ਕੈਲਿਫ ਦਾ ਉੱਤਰਾਧਿਕਾਰੀ ਮੰਨਿਆ ਇਹਨੇ ਆਪਦੇ ਆਪ ਨੂੰ, ਤੇ ਇਹਨੇ ਆਪਣੇ ਆਪ ਨੂੰ ਜ਼ਿਲੇ ਇਲਾਹੀ ਕਿਹਾ ਸੀ, ਮੈਂ ਜ਼ਿਲੇ ਇਲਾਹੀ ਹਾਂ। ਨਿਆਬਤੇ ਖੁਦਾਵਦ। ठीक है, नियाबत खुदाई। जिले इलाही मतलब शैडो ऑफ गॉड। मतलब मैं ही रिप्रेजेंटेटिव हाँ। ठीक है, अगर तुसी मेरे रूल्स नूं नहीं मनोगे, तुसी मतलब अल्लाह दे रूल्स नूं नहीं मान रहे। इन्हें इस जनता सामने ये रखा सी।
सब कुछ जनता सामने इन्ने बहुत स्ट्रिक्ट रूल्स रखते थे उस टाइम पे। जिले इलाही ते नियाबत खुदाई। जिले इलाही मतलब शैडो ऑफ गॉड, तो नियाबत खुदाई मतलब रिप्रेजेंटेटिव ऑफ कैलिफ्स या अल्लाह। होया किसी एक बारी बदायूं दा गवर्नर सी मलिक बुकबुक, उन्हें एक छोटे जे बच्चे की 15 साल की एज होनी उनकी हत्या करती सी शराब के नशे च। हुण इनके रूल्स बड़े की सी स्ट्रिक्ट, इनके रूल्स बहुत स्ट्रिक्ट सी ते इन्हें की किया, एक भरी जनता च एक्चुअली सजावा दिंदा सी, जो भी पनिशमेंट सी शरेआम जनता के सामने दिंदा सी। ठीक है, उन्होंने जिहड़ा कि अपनी सोर नाल उनका सिर धड़ तो अलग करता सी, किंदा मलिक बुकबुक दा। एवें ही एक बारी होया कि सी हैबत खान सी, हैबत खान अवध दा गवर्नर सी, अवध दा गवर्नर सी हैबत खान। उन्हें एक बेकसूर नूं सज़ा देती सी। ठीक है, उन्हें एक बेकसूर नूं जदों सज़ा दी तो इनू जो पता लगा अपने बलबन नूं, ते बलबन ने उन बुलांदा दिल्ली सल्तनत च, ते हैबत खान नूं की कहंदा सारी जनता के सामने, सारी जनता के सामने 500 कोड़े 500 कोड़े मारदा है। ठीक है, उस तो बाद चो एक विधवा नाल उनकी शादी करवा दिंदा है, कौन बलबन। क्यों ये एक्चुअली इस करके जनता के सामने सज़ा दिंदा सी ताकि कोई भी वो गलती रिपीट ना कर सके इन फ्यूचर च। ठीक है, ये 2 एग्जाम्पल तुहानूं मैं होर भी एग्जाम्पल देवांगा। ठीक है, उस तो बाद चो इन एक फैसटीवल सी पर्शियन कस्टम जिद्दां इन्हें दोबारा तो शुरू किए सी। नवरोज़ एक फैसटीवल सी नवरोज़, वो इन्हें इत्थे दोबारा तो शुरू करवाता सी। मतलब 9 डेज़ की हॉलीडे होंदी सी, 9 डेज़ की हॉलीडे न्यू ईयर दी ईव ते, वो 9 दिन की छुट्टियां होंदी सी। ठीक है, जो पर्शियन फैसटीवल सी नवरोज़ वो इन्हें दिल्ली सल्तनत शुरू करता सी, ते औरंगजेब ने आके बैन करता सी। औरंगजेब ने आके ये बैन करता सी, ते इन्हें 1 डे करता सी, बस एक दिन नहीं। ठीक है, जो सजदा दे पाइबोस सी ना, इनू किन्ने बैन किया सी? जहांगीर ने। तुहानूं मैं कुतुब मीनार बारे लास्ट वीडियो से दसना भुल गया कि वो किंदे रिस्पैक्ट बनाई गई सी, वो किंदे रिस्पैक्ट बनाई गई सी? बख्तियार काकी दे। ठीक है, कुतुबुद्दीन ऐबक दा गुरु सी काकी, बख्तियार काकी, उनकी रिस्पैक्ट बनाई गई सी कुतुब मीनार। ठीक है, तो पर्शियन फैसटीवल नवरोज़ किन्ने शुरू किया सी? ये बलबन ने। ठीक है, 9 डेज़ की हॉलीडे होंदी सी न्यू ईयर की ईव ते, औरंगजेब ने 1 डे की करती सी, आके बैन करता सी 8 दिन का। उस तो बाद चो जे सजदा ते पाइबो सिस्टम ने शुरू किया सी बलबन ने, और जहांगीर ने आके बैन करता सी। ठीक है, एक मोस्ट इंपोर्टेंट गल, इन्हें ब्लड ते आयरन की एक पॉलिसी चलाई सी, ब्लड एंड आयरन पॉलिसी। ब्लड किंदा? कल्प्रिट्स दा, आयरन मीनस स्वॉर्ड, स्वॉर्ड किंदी? बलबन दी, सुल्तान दी। जेड़ा भी कोई गुनाह करेगा, जो भी कोई मतलब गुनाह करेगा, कुछ भी अगेंस्ट करेगा सुल्तान दे, ठीक है, वो कल्पिट्स मने जाएंगे, तो उनका सिर धड़ तो अलग कर दिता जाएगा कि स्वॉर्ड नाल बलबन दी, या उन्होंने 500 कोड़े की सज़ा दी जाएगी, या उन्होंने जिमें ईसा मसीह नूं किले जिमें वो टंग के उनके नेल्स अंदर खबो देंगे ने, उस तरह सज़ा देंगे किंदे सामने? पूरी जनता के सामने। ये ब्लड एंड आयरन पॉलिसी सी। ठीक है, ये बहुत ही स्ट्रिक्ट सी एक्चुअली, एक थोड़े शरेआम सज़ा दिंदा सी, जो भी दिंदा सी।
जनता के सामने तो कि ताकि कोई जनता इनके अगेंस्ट ना जा सके। तो इन्हें सब तो पहले अगर दसिया सी ना 40 टर्किश नोबल्स का जो सिस्टम जोड़ा वो सिस्टम जो अडॉप्ट किया इल्तुतमिश के द्वारा, तो वो इनू खत्म कर देगा बलबन। ठीक है, आप नैक्सट लैक्चर च हुण गल करांगे बलबन के बारे, हले थोड़ा कुछ पिया है, आप नैक्सट लैक्चर च करांगे, हले एक फिनिश नहीं आया बलबन, आप नैक्सट लैक्चर च गल करांगे। तो ये सारा रिवाइज कर लेना रजिया सुल्ताना के बलबन बारे, हले बलबन बारे कुछ थोड़ा जिहा पार्ट पेंडिंग है, आप नैक्सट सैशन च करांगे। तो इनू रिवाइज करते रहो हिस्टरी नू, तो अपने प्रीवियस ईयर के क्वेश्चनस ने वो लगाते रहो। ठीक है, किसी भी बुक तो लगाते रहो, मतलब SSC के प्रीवियस ईयर्स कुछ भी। ठीक है, तो उन्होंने क्वेश्चन अटैम्प्ट करो, जो भी तुहाडा सॉल्व नहीं होंदा उन्होंने कमेंट सैक्शन च अपने लिखो, मैं तेनों उन्होंने आंसर देंगा। ठीक है, आई ट्राई माई बेस्ट टू गिव दैट आंसर। तो जिन्ना भी मैं इसे करवा रहा ये आई थिंक इनफ है, कोई भी तुहाडे क्वेश्चन उत्थे स्किप नहीं होएगा। टिल दैन उस तो बाद चों तुसीं अपना रिवाइज जरूर करते रहो इस चीज़ को, क्योंकि ये हिस्टरी जो सबजैक्ट है बहुत ही लेंथी सबजैक्ट है, चीज़ा माइंड ता ही रख सकते आप जे ताकि आप रिवाइज कर सकें बार बार। ठीक है, जिन्ना रिवाइज करेंगे उन्ना ही बेनीफिट मिलेगा, ताकि अपना उत्थे कोई क्वेश्चन रह ना सके। तो आप नैक्सट वीडियो सैशन मिलते हैं आप। टिल दैन टेक केयर गाइस।